ਲੋਕ ਇਸ ਫੈਸਲੇ ਨੂੰ ਲੈ ਕੇ ਜਿਹੜੇ ਹੈਗੇ ਆ ਪ੍ਰਸ਼ੰਸਕ ਆ ਜਾਂ ਫਿਰ ਜਿਹੜੇ ਲੋਕ ਪੀਣ ਵਾਲੇ ਆ ਉਹ ਤਾਂ ਕਹਿੰਦੇ ਕਿ ਲੋਕਾਂ ਵਾਸਤੇ ਫ੍ਰੀ ਸਸਤੀ ਹੋਗੀ, ਲੋਕਾਂ ਦੀ ਜੇਬ ਜਿਹੜੀ ਹੈਗੀ ਆ ਉਹਨੂੰ ਆਰਾਮ ਮਿਲੂਗਾ। ਜਰਾ ਤੁਹਾਡੇ ਕਿਉਂ ਜਿਹੜਾ ਢਿੱਡ 'ਚ ਦਰਦ ਹੋ ਰਿਹਾ? ਵੋਟਾਂ ਤੋਂ ਪਹਿਲਾਂ ਜੋ ਇਹਨਾਂ ਦੇ ਚੱਲਦਾ ਸੀ ਗੱਲਬਾਤ ਉਹ ਇਹ ਸੀ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ, ਭਾਵ ਕਿ ਦਵਾਈਆਂ ਸਸਤੀਆਂ ਮਿਲੂਗੀਆਂ। ਪਰ ਮੈਨੂੰ ਲੱਗਦਾ ਕਿ ਹੁਣ ਦਵਾਈਆਂ ਸਸਤੀਆਂ ਦੀ ਗੱਲ ਭੁੱਲ ਕੇ ਇਹ ਬਿਮਾਰੀ ਸਸਤੀ ਦੇਣ ਲੱਗ ਗਏ। ਨਹੀਂ, ਕੀ ਸਾਡੇ ਕੋਲ ਪੰਜਾਬ ਦੇ ਵਿੱਚ ਹੋਰ ਸਭ ਕੁਝ ਗਰਕ ਹੋ ਚੁੱਕਿਆ, ਬਸ ਸਾਡੇ ਕੋਲ ਇੱਕੋ ਹੀ ਵਸੀਲਾ ਰਹਿ ਗਿਆ ਕਿ ਸ਼ਰਾਬੀ ਵਧਾਓ। ਤੇ ਹੁਣ ਇਹ ਜਿਹੜੀ ਸਾਡੀ ਸਰਕਾਰ ਆਈ ਆ ਨਵੀਂ, ਇਹ ਕਹਿੰਦੇ ਕਿ 10,000 ਕਰੋੜ ਰੁਪਈਆ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਇਹ ਗੱਲ ਕਹਿ ਕੇ ਸ਼ਰਾਬ ਚੋਂ 10,000 ਕਰੋੜ ਰੁਪਈਆ ਕਮਾਓ। ਤੱਕ ਤਾਂ ਇਹ ਵੀ ਕਹਿੰਦੇ ਆ ਕਿ ਕਿਸੇ ਦੇ ਮੂੰਹ 'ਚ ਤਾਂ ਕੋਈ ਪਾਉਣ ਨਹੀਂ ਜਾਂਦਾ, ਜਿਹੜਾ ਸ਼ਰਾਬ ਪੀਂਦੇ ਉਹ ਠੇਕੇ ਤੋਂ ਲੈਣ ਆਉਂਦੇ ਆ। ਤੇ ਦੂਜੇ ਪਾਸੇ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ ਤਾਂ ਸਰਕਾਰ ਨੇ ਕਹਿੰਦੇ ਔਰਤਾਂ ਨੂੰ ਵੀ ਤਾਂ 1000 ਰੁਪਏ ਦਿੱਤਾ ਹੈ ਜੀ, ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਲੱਗ ਜਾਣਾ, ਐਲਾਨ ਹੋ ਚੁੱਕਿਆ। ਹਾਂ, ਮੈਨੂੰ ਤਾਂ ਪਤਾ ਕੀ ਲੱਗਦਾ ਹੈ ਕਿ ਜੋ ਜਿਸ ਤਰ੍ਹਾਂ ਇਹਨਾਂ ਨੇ ਸ਼ਰਾਬੀ ਪੈਦਾ ਕਰਨੇ ਆ, ਉਹਨਾਂ ਨੇ ਥੱਪੜ ਮਾਰ ਕੇ ਔਰਤ ਤੇ 1000 ਰੁਪਏ ਖੋਲੇ ਕਰਨਾ ਜਿਹਦਾ ਸ਼ਰਾਬੀ ਨੇ ਸ਼ਾਮ ਨੂੰ ਵੀ ਇੱਥੇ ਰੱਖ। ਮੈਂ ਕਹਿੰਦਾ ਵੀ ਤੀਵੀਆਂ ਨੂੰ ਵੀ 3-3 ਬੋਤਲਾਂ ਦੇ ਦੇ ਕਰੋ ਮਹੀਨੇ ਦੀਆਂ। ਉਹ ਘਰ ਵਾਲਾ ਘੱਟੋ ਘੱਟ ਉਹਨਾਂ ਦੀ ਹੀਨ ਤਾਂ ਮੰਨੂਗਾ ਵੀ ਸ਼ਰਾਬੀ ਦੇ ਕੋਲ ਪਿਆਰ ਗੱਲ ਤਾਂ ਬੋਲੂਗਾ ਮਹੀਨਾ, ਜਦ ਤੱਕ ਮੁੱਕਦੀ ਨਹੀਂ ਹੈਗੀ। ਉਹਨੂੰ ਪੁੱਛੋ ਦਾੜਾ ਦਾ ਪ੍ਰਕਾਸ਼ਿਆ ਹੋਇਆ, ਗੁਰੂ ਦਾ ਸਿੱਖ ਵੀ ਲੱਗ ਰਿਹਾ ਦੇਖਣ ਨੂੰ, ਨਾ ਵੀ ਇਹ ਰੱਖਿਆ ਹੋਇਆ ਕਿ ਗੁਰੂ ਦਾ ਦਿੱਤਾ ਹੋਇਆ ਕਿ ਫਿਰ ਮਤਲਬ ਗੁਰੂ ਸਾਹਿਬ ਨੇ ਕਿਤੇ ਤਾਂ ਨਹੀਂ ਕਿ ਐਨਾਲਿਸਿਸ ਗਲਤ ਕਰ ਲਿਆ। ਗੁਰਦਿੱਤ ਸਿੰਘ ਨੂੰ ਸਲਾਹ ਦੇਣੀ ਚਾਹੀਦੀ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਐਨਾਲਿਸਿਸ ਗਲਤ ਕਰਿਆ ਸ਼ਰਾਬ ਬਾਰੇ। ਤਾਂ ਮੈਂ ਤਾਂ ਕਹਿੰਦਾ ਵੀ ਜੇ ਸ਼ਰਾਬੇ ਪ੍ਰਮੋਟ ਕਰਨੀ ਆ ਫਿਰ ਖੁੱਲ੍ਹ ਕੇ ਕਰੋ। ਪਹਿਲੀ ਗੱਲ ਤਾਂ ਸ਼ਰਾਬ ਦੇ ਉੱਪਰ ਜਿਹੜਾ ਲਿਖਿਆ ਵਾ ਸਿਹਤ ਲਈ ਹਾਨੀਕਾਰਕ ਆ, ਉਹ ਚੱਕ ਦਿਓ। ਡਾਕਟਰਾਂ ਦੀ ਸਲਾਹ ਲੈ ਕੇ ਉਹ ਸਿਹਤ ਵਾਸਤੇ ਕਿਆ ਕਿਆ ਫਾਇਦੇ ਕਰਦੀ ਉਹ ਲਿਖ ਦਿਓ ਅਤੇ ਲਿਖੋ ਕਿ ਇਹ ਸ਼ਰਾਬ ਪੀਣੀ ਸਿਹਤ ਲਈ ਬਹੁਤ ਫਾਇਦੇਮੰਦ ਆ, ਲਿਖ ਕੇ ਦਿਖਾਓ। ਭਗਤ ਸਿੰਘ ਦੀ ਫੋਟੋ ਲਾ ਦਿਓ ਸ਼ਰਾਬ ਦੀ ਬੋਤਲ 'ਤੇ। ਇਹ ਰੋਜ਼ ਕਹਿੰਦੇ ਆ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਉਹਨੂੰ ਵੀ ਵਿਚਾਰੇ ਨੂੰ ਬੈਠੇ ਨੂੰ ਪਤਾ ਲੱਗੇ ਸਵਰਗਾਂ 'ਚ ਵੀ ਕਿਹਨਾਂ ਡੰਗਰਾਂ ਵਾਸਤੇ ਮੈਂ ਮਰ ਕੇ ਇੱਥੇ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਆਰਥਿਕਤਾ ਸ਼ਰਾਬ ਨਹੀਂ ਸੁਧਾਰਨੀ ਆ, ਫਿਰ ਖਟਕਲ ਕਲਾਂ ਜਾਣੇ ਦੀ ਲੋੜ ਨਹੀਂ ਦੀ, ਸਹੁੰ ਚੱਕਣੇ ਦੀ। ਕਿੱਥੇ ਚੱਕਦੇ ਜੀ? ਫਿਰ ਸ਼ਰਾਬ ਦੀ ਫੈਕਟਰੀ 'ਚ ਰੱਖਦੇ, ਨਾਲੇ ਜਿੰਨੇ ਵੀ ਬੰਦੇ ਆਉਂਦੇ ਸਹੁੰ ਚੱਕਣ ਸਮਾਗਮ ਵਿੱਚ ਉਹਨਾਂ ਨੂੰ 2-2 ਪੈਗ ਲਵਾਉਂਦੇ, ਜਿਹੜੇ ਨਹੀਂ ਪੀਂਦੇ ਉਹਨਾਂ ਨੂੰ ਵੀ ਸਵਾਦ ਪੈ ਜਾਂਦਾ ਸ਼ਾਇਦ, ਉਹਦੇ ਨਾਲ ਇਹਨਾਂ ਦੇ ਗਾਹਕ ਵਧਣੇ ਤੇ ਆਮਦਨ ਵਧਣੀ ਸੀ। ਕਈਆਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ ਹੈ ਕਿ ਜਿਹੜੇ ਵਿਚਾਰੇ ਪੂਰੀ ਜ਼ਿੰਦਗੀ ਸਕੂਲ ਵਿੱਚ ਮੋਨੀਟਰ ਨਹੀਂ ਬਣੇ ਕਦੀ, ਉਹ ਵਿਧਾਇਕ ਬਣ ਗਏ। ਆ ਤੁਹਾਡਾ ਗੁਆਂਢੀ ਮੁਲਕ ਆ ਥਾਈਲੈਂਡ, ਉਹਨਾਂ ਨੇ ਸੈਕਸ ਫ੍ਰੀ ਕਰਿਆ ਵਾ, ਅੱਡੇ ਖੋਲ੍ਹੇ ਵੀ ਆ। ਅੱਜ ਦੁਨੀਆ ਦੇ ਜਿੰਨੇ ਵੀ ਹੈਗੇ ਆ ਯਾਸ਼ ਲੋਕ ਉੱਥੇ ਨੂੰ ਭੱਜਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਨੂੰ ਸਿਵਿਆਂ ਤੱਕ ਪਹੁੰਚਾ ਕੇ ਆਉਂਗੀ। ਜਿਹੜੀ ਕਾਂਗਰਸ ਆ ਆਪੋਜੀਸ਼ਨ ਵਿੱਚ ਆ, ਉੱਥੇ ਤਾਂ ਸਵੇਰ ਨੂੰ ਉੱਠ ਕੇ ਹੀ ਨਹੀਂ ਪਤਾ ਲੱਗਦਾ ਵੀ ਭਾਜਪਾ 'ਚ ਕੌਣ ਗਿਆ, ਜੇਲ੍ਹ ਕੌਣ ਗਿਆ। ਮੈਂ ਤਾਂ ਆਪਣੇ ਬਾਰੇ ਦੱਸ ਦਿੰਦਾ ਕਿ ਮੈਂ ਤਾਂ ਜੀ ਕਦੀ ਨੇੜਿਓਂ ਵੀ ਨਹੀਂ ਲੰਘਿਆ, ਅੰਮ੍ਰਿਤ ਛਕਿਆ ਹੋਇਆ। ਤੁਸੀਂ ਵੀ ਦੱਸ ਦਿਓ ਜਰਾ ਕਿ ਤੁਸੀਂ ਕਿਤੇ ਸ਼ਾਮ ਨੂੰ ਜਾ ਕੇ ਬਹਿਣਾ ਤਾਂ ਨਹੀਂ ਕਿਤੇ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪੰਜਾਬ ਸਰਕਾਰ ਵੱਲੋਂ ਨਵੀਂ ਐਕਸਾਈਜ਼ ਪਾਲਿਸੀ ਬਣਾਈ ਜਾਂਦੀ ਹੈ, ਜਿਸ ਦੇ ਚੱਲਦਿਆਂ ਜਿੱਥੇ ਪੈਕੜਾਂ ਨੂੰ ਮੌਜਾਂ ਲੱਗੀਆਂ ਹੋਈਆਂ ਤੇ ਪੈਕੜ ਤਾਰੀਫਾਂ ਕਰਦੇ ਨਜ਼ਰ ਆ ਰਹੇ ਨੇ, ਉਸ ਦੇ ਨਾਲ ਹੀ ਦੂਜੇ ਪਾਸੇ ਆਲੋਚਕ ਵੀ ਜਿਹੜੇ ਹੈਗੇ ਨੇ ਆਲੋਚਨਾ ਕਰਦੇ ਨਜ਼ਰ ਆ ਰਹੇ ਆ। ਤੇ ਜਿੱਥੇ ਪੈਕੜ ਕਹਿ ਰਹੇ ਆ ਕਿ ਬਹੁਤ ਵਧੀਆ ਫੈਸਲਾ, ਤੇ ਆਲੋਚਕ ਜਿਹੜੇ ਹੈਗੇ ਨੇ ਉਹ ਇਸ ਫੈਸਲੇ ਦੇ ਵਿਰੁੱਧ ਜਿਹੜੇ ਹੈਗੇ ਆ ਆਪਣੇ ਵਿਚਾਰ ਪੇਸ਼ ਕਰਦੇ ਨਜ਼ਰ ਆ ਰਹੇ ਆ। ਤੇ ਆਲੋਚਕਾਂ ਦੇ ਵਿੱਚੋਂ ਸਾਡੇ ਨਾਲ ਰਣਜੀਤ ਸਿੰਘ ਪਟਿਆਲਾ ਵੀ ਹੈਗੇ ਨੇ ਤੇ ਇਹ ਵੀ ਆਪਣੇ ਵਿਚਾਰ ਜਿਹੜੇ ਹੈਗੇ ਇਸ ਮੁੱਦੇ ਦੇ ਉੱਤੇ ਰੱਖਣਾ ਚਾਹੁੰਦੇ ਆ। ਤੇ ਰਣਜੀਤ ਸਿੰਘ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ। ਧੰਨਵਾਦ ਜੀ ਤੁਹਾਡਾ, ਸਹੀ ਗੱਲ ਸਾਡੇ ਸਾਰਿਆਂ ਨੂੰ। ਤੇ ਲੋਕ ਇਸ ਫੈਸਲੇ ਨੂੰ ਲੈ ਕੇ ਜਿਹੜੇ ਹੈਗੇ ਆ ਪ੍ਰਸ਼ੰਸਕ ਆ ਜਾਂ ਫਿਰ ਜਿਹੜੇ ਲੋਕ ਪੀਣ ਵਾਲੇ ਆ ਉਹ ਤਾਂ ਕਹਿੰਦੇ ਕਿ ਲੋਕਾਂ ਵਾਸਤੇ ਫ੍ਰੀ ਸਸਤੀ ਹੋਗੀ, ਲੋਕਾਂ ਦੀ ਜੇਬ ਜਿਹੜੀ ਹੈਗੀ ਆ ਉਹਨੂੰ ਆਰਾਮ ਮਿਲੂਗਾ। ਜਰਾ ਤੁਹਾਡੇ ਕਿਉਂ ਜਿਹੜਾ ਢਿੱਡ 'ਚ ਦਰਦ ਹੋ ਰਿਹਾ ਆਲੋਚਕਾਂ ਦੇ? ਨਹੀਂ ਦੇਖੋ, ਸਾਡੇ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਇਸ ਬਿਮਾਰੀ ਤੋਂ ਕੋਹਾਂ ਦੂਰ ਆ ਮਾਲਕ ਦੀ ਕਿਰਪਾ ਦੇ ਨਾਲ। ਦੂਸਰੀ ਗੱਲ ਇਹ ਆ ਕਿ ਜਦੋਂ ਆਮ ਆਦਮੀ ਪਾਰਟੀ ਦਾ ਵੋਟਾਂ ਤੋਂ ਪਹਿਲਾਂ ਜੋ ਇਹਨਾਂ ਦੇ ਚੱਲਦਾ ਸੀ ਗੱਲਬਾਤ ਉਹ ਇਹ ਸੀ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ, ਭਾਵ ਕਿ ਦਵਾਈਆਂ ਸਸਤੀਆਂ ਮਿਲੂਗੀਆਂ। ਪਰ ਮੈਨੂੰ ਲੱਗਦਾ ਕਿ ਹੁਣ ਦਵਾਈਆਂ ਸਸਤੀਆਂ ਦੀ ਗੱਲ ਭੁੱਲ ਕੇ ਇਹ ਬਿਮਾਰੀ ਸਸਤੀ ਦੇਣ ਲੱਗ ਗਏ, ਕਿਉਂਕਿ ਸ਼ਰਾਬ ਇੱਕ ਬਿਮਾਰੀ ਆ ਜਿਹੜੀ ਸਸਤੀ ਮਿਲ ਰਹੀ ਆ। ਜਿਹੜੇ ਬੰਦੇ ਤਾਰੀਫਾਂ ਕਰਦੇ ਆ, ਦੇਖੋ ਅੱਜ ਤੁਸੀਂ ਚੋਰੀ ਕਰਨੇ ਦੀ ਖੁੱਲ੍ਹ ਦੇ ਦਿਓ ਤਾਂ ਚੋਰ ਤਾਰੀਫਾਂ ਕਰੂੰਗੇ ਸਰਕਾਰ ਦੀਆਂ।
ਡਾਕੇ ਮਾਰਨੇ ਦੀ ਖੁੱਲ੍ਹ ਦੇ ਦਿਓ, ਡਾਕੂ ਕਰਨਗੇ ਤਾਰੀਫਾਂ। ਤੇ ਜਿਹੜੇ ਲੁੱਟੇ ਜਾਣੇ ਆ, ਜਿਨ੍ਹਾਂ ਦੇ ਘਰਾਂ ਚੋਰੀਆਂ ਹੋਣੀਆਂ, ਉਹਨਾਂ ਨੂੰ ਪੁੱਛੋ ਨਾ। ਅੱਜ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਦੱਸਿਆ ਇਹ ਗੱਲ ਕਿ ਪਿਛਲੇ ਸਾਲ 7,000 ਕਰੋੜ ਰੁਪਈਆ ਆਮਦਨ ਹੋਈ ਆ ਸ਼ਰਾਬ ਤੋਂ, ਤੇ ਹੁਣ ਇਹ ਜਿਹੜੀ ਸਾਡੀ ਸਰਕਾਰ ਆਈ ਆ ਨਵੀਂ, ਇਹ ਕਹਿੰਦੇ ਕਿ 10,000 ਕਰੋੜ ਰੁਪਈਆ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਇਹ ਗੱਲ ਕਹਿ ਕੇ ਸ਼ਰਾਬ ਚੋਂ 10,000 ਕਰੋੜ ਰੁਪਈਆ ਕਮਾਉਣਾ ਹੈ। ਤੇ ਮੈਨੂੰ ਇੱਕ ਗੱਲ ਦੱਸੋ ਕਿ ਰੇਟ ਘਟਾਏ ਤਾਂ ਆਮਦਨ ਨਹੀਂ ਵੱਧਦੀ। ਆਮਦਨ ਤਾਂ ਜੇ ਰੇਟ ਘਟਾਉਂਗੇ ਤਾਂ ਇਟ ਮੀਨਸ ਇਹਨਾਂ ਨੂੰ ਕਸਟਮਰ ਬਹੁਤ ਜ਼ਿਆਦਾ ਚਾਹੀਦੇ ਆ। ਨਹੀਂ, ਉਹ ਕਹਿੰਦੇ ਆ ਕਿ ਜਿਹੜਾ ਠੇਕੇਦਾਰਾਂ ਦੀ ਜੇਬ 'ਚ ਜਾ ਰਿਹਾ ਸੀ, ਉਹ ਸਰਕਾਰ ਨੇ ਠੇਕੇਦਾਰਾਂ ਦੀ ਜੇਬ 'ਚੋਂ ਕੱਢਤਾ, ਪਬਲਿਕ ਨੂੰ ਰਿਲੀਫ ਦਿੱਤੀ ਆ, ਤੇ ਉਸ ਦੇ ਨਾਲ ਹੀ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜਾ ਹੈਗਾ ਵੱਧ ਰਕਮ ਆਊਗੀ। ਸਰਕਾਰ ਦਾ ਤਾਂ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਕਹਿਣਾ ਨਹੀਂ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਹੋਰ ਸਭ ਕੁਝ ਗਰਕ ਹੋ ਚੁੱਕਿਆ, ਬਸ ਸਾਡੇ ਕੋਲ ਇੱਕੋ ਹੀ ਵਸੀਲਾ ਰਹਿ ਗਿਆ ਕਿ ਸ਼ਰਾਬੀ ਵਧਾਓ। ਅੱਜ ਤੁਸੀਂ ਸਤਨਾਮ ਜੀ ਇੱਕ ਦੇਖੋ ਕਿ ਅਸੀਂ ਮੰਨਦੇ ਆ ਕਿ ਜਿਹੜੀਆਂ ਔਰਤਾਂ ਹੈ ਉਹ ਸਮਾਜ ਦਾ ਅੱਧ ਆ ਦੁਨੀਆ ਦੇ ਵਿੱਚ। ਮੈਨੂੰ ਨਹੀਂ ਲੱਗਦਾ, ਚਲੋ ਘੱਟੋ ਘੱਟ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਕੋਈ ਮਾਂ ਨਹੀਂ ਚਾਹੇਗੀ ਕਿ ਮੇਰਾ ਪੁੱਤ ਸ਼ਰਾਬ ਪੀਵੇ, ਕੋਈ ਭੈਣ ਨਹੀਂ ਚਾਹੇਗੀ ਕਿ ਮੇਰਾ ਵੀਰ ਸ਼ਰਾਬ ਪੀਵੇ, ਕੋਈ ਪਤਨੀ ਨਹੀਂ ਚਾਹੂਗੀ ਕਿ ਮੇਰੇ ਘਰ ਵਾਲਾ ਸ਼ਰਾਬ ਪੀਵੇ, ਕੋਈ ਧੀ ਨਹੀਂ ਚਾਹੂਗੀ ਕਿ ਮੇਰਾ ਬਾਪ ਸ਼ਰਾਬ ਪੀਵੇ। ਅੱਧਾ ਸਮਾਜ ਜਦੋਂ ਸ਼ਰਾਬ ਨੂੰ ਦਰਕਾਰ ਰਿਹਾ ਹੈ ਤਾਂ ਸਰਕਾਰ ਦੇ ਸਿਰ ਤੇ ਕਿਆਰਾ ਰੱਖਿਆ ਹੋਇਆ ਹੈ ਕਿ ਸ਼ਰਾਬ ਨੂੰ ਪ੍ਰਮੋਟ ਕਰਨੇ ਤੇ ਲੱਗੇ ਹੋਏ ਆ। ਪ੍ਰਸ਼ੰਸਕ ਤਾਂ ਇਹ ਵੀ ਕਹਿੰਦੇ ਆ ਕਿ ਕਿਸੇ ਦੇ ਮੂੰਹ 'ਚ ਤਾਂ ਕੋਈ ਪਾਉਣ ਨਹੀਂ ਜਾਂਦਾ, ਜਿਹੜਾ ਸ਼ਰਾਬ ਪੀਂਦੇ ਉਹ ਠੇਕੇ ਤੇ ਲੈਣ ਆਉਂਦੇ ਆ। ਤੇ ਦੂਜੇ ਪਾਸੇ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ ਤਾਂ ਸਰਕਾਰ ਨੇ ਕਹਿੰਦੇ ਔਰਤਾਂ ਨੂੰ ਵੀ ਤਾਂ 1000 ਰੁਪਏ ਦਿੱਤਾ ਹੈ ਜੀ, ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਲੱਗ ਜਾਣਾ, ਐਲਾਨ ਹੋ ਚੁੱਕਿਆ। ਹਾਂ, ਮੈਨੂੰ ਤਾਂ ਪਤਾ ਕੀ ਲੱਗਦਾ ਹੈ ਕਿ ਜੋ ਜਿਸ ਤਰ੍ਹਾਂ ਇਹਨਾਂ ਨੇ ਸ਼ਰਾਬੀ ਪੈਦਾ ਕਰਨੇ ਆ, ਉਹਨਾਂ ਨੇ ਤਾਂ ਥੱਪੜ ਮਾਰ ਕੇ ਔਰਤ ਤੇ 1000 ਰੁਪਏ ਖੋਲੇ ਕਰਨਾ ਜਦੋਂ ਸ਼ਰਾਬੀ ਨੇ ਸ਼ਾਮ ਨੂੰ ਵੀ ਇੱਥੇ ਰੱਖ। ਮੈਂ ਕਹਿੰਦਾ ਵੀ ਤੀਵੀਆਂ ਨੂੰ ਵੀ 3-3 ਬੋਤਲਾਂ ਦੇ ਦੇ ਕਰੋ ਮਹੀਨੇ ਦੀਆਂ। ਉਹ ਘਰ ਵਾਲਾ ਘੱਟੋ ਘੱਟ ਉਹਨਾਂ ਦੀ ਈਨਤਾ ਮੰਨੂਗਾ ਵੀ ਸ਼ਰਾਬੀ ਦੇ ਕੋਲ ਪਿਆਰ ਗੱਲ ਤਾਂ ਬੋਲੂਗਾ ਮਹੀਨਾ, ਜਦ ਤੱਕ ਮੁੱਕਦੀ ਨਹੀਂ ਹੈਗੀ। ਸ਼ਰਾਬ ਦੇ ਚੱਲਦੇ ਆ ਪਿਆਰ ਤਾਂ ਬਣਿਆ ਰਹੂ ਘਰ 'ਚ ਘੱਟੋ ਘੱਟ, ਜੇ ਹੋਰ ਨਹੀਂ ਕੁਝ ਰਹੂੰਗਾ। ਦੇਖੋ ਸੰਸਾਰ ਤਾਂ ਉੱਜੜਨਾ ਹੀ ਆ। ਸ਼ਰਾਬ ਕਦੇ ਵੀ ਜਿਹੜੀ ਹੈਗੀ ਆ ਉਹ ਵਿਕਾਸ ਨਹੀਂ ਕਰ ਸਕਦੀ। ਜ਼ਹਿਰ ਕਦੇ ਵੀ ਚੰਗੀ ਨਹੀਂ ਹੁੰਦੀ, ਭਾਵੇਂ ਉਹ ਮੁਫਤ ਮਿਲੇ, ਭਾਵੇਂ ਸਸਤੀ ਮਿਲੇ, ਭਾਵੇਂ ਮਹਿੰਗੀ ਮਿਲੇ। ਜ਼ਹਿਰ ਕਦੇ ਨਹੀਂ ਆਪਾਂ ਕਹਿ ਸਕਦੇ ਕਿ ਇਹ ਜ਼ਹਿਰ ਜਿਹੜੀ ਆ ਚਲੋ ਘੱਟ ਰੇਟ ਦੀ ਮਿਲ ਗਈ, ਬੜਾ ਫਾਇਦਾ ਹੋ ਗਿਆ ਇਹਦਾ। ਤੁਸੀਂ ਕਹਿੰਦੇ ਜ਼ਹਿਰ ਚੰਗੀ ਨਹੀਂ ਹੁੰਦੀ। ਪਿਛਲੇ ਦਿਨੀ ਵਿਧਾਇਕ ਹੈ ਗੁਰਦੀਪ ਸਿੰਘ ਸੇਖੋਂ ਹੋਰੀ, ਉਹ ਜਾਂਦੇ ਆ, ਇੱਕ ਥਾਂ ਬੋਰਡ ਲੱਗਿਆ ਦੇਖਦੇ ਆ ਤੇ ਜਾ ਕੇ ਸ਼ਰਾਬੀਆਂ ਨੂੰ ਜਿਹੜੇ ਉੱਥੇ ਪੀ ਰਹੇ ਹੁੰਦੇ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਇੱਕ ਨਸੀਹਤ ਵੀ ਦਿੰਦੇ ਕਿ ਹੁਣ ਕਿਤੇ ਅਧੀਏ ਤੋਂ ਪਊਏ ਤੋਂ ਉਹਦੀਏ ਤੇ ਨਾ ਆ ਜਿਓ, ਆਂਡਿਆਂ ਦੀ ਭੁਰਜੀ ਖਾਇਓ, ਬੱਚਿਆਂ ਨੂੰ ਸੇਬ ਲੈ ਕੇ ਜਾਇਓ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਚੰਗੀ ਸ਼ਰਾਬ ਜਿਹੜੀ ਹੈਗੀ ਸਰਕਾਰ ਦੇਊਗੀ। ਤੁਸੀਂ ਕਹਿੰਦੇ ਜ਼ਹਿਰ ਚੰਗੀ ਨਹੀਂ ਹੁੰਦੀ, ਉਹਨਾਂ ਦੇ ਤਾਂ ਸ਼ਬਦ ਇਹ ਵੀ ਰਹਿੰਦੇ ਆ ਵੀ ਹਾਲਾਂਕਿ ਨਸ਼ਾ ਮਾੜਾ ਹੁੰਦਾ ਪਰ ਸਰਕਾਰ ਚੰਗੀ ਸ਼ਰਾਬ ਦੇਊਗੀ। ਦੇਖੋ ਗੁਰਦੀਪ ਸਿੰਘ ਸੇਖੋਂ ਨਾਮ ਤੇ ਤਾਂ ਐਂ ਆਪਾਂ ਲੱਗਦਾ ਵੀ ਗੁਰੂ ਦੇ ਦਿੱਤੇ ਹੋਏ ਆ, ਪਰ ਮੈਨੂੰ ਲੱਗਦੀ ਉਹਨਾਂ ਨੂੰ ਆਪਣਾ ਨਾਮ ਬਦਲ ਕੇ ਗੁਰੂ ਉੱਤੇ ਕਰ ਦੇਣਾ ਚਾਹੀਦਾ ਹੈ। ਗੁਰੂ ਉੱਤੇ ਮਤਲਬ ਗੁਰੂ ਤੋਂ ਵੀ ਉੱਤੇ? ਗੁਰੂ ਤੋਂ ਵੀ ਉੱਤੇ ਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਰਾਬ ਬਾਰੇ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੇ ਧੱਕੇ ਖਾਏ। ਜਿਹਦੇ ਪੀਣੇ ਗਲ ਬੰਦਾ ਬੇਵਕੂਫ ਬਣ ਜਵੇ, ਜਿਹਦੇ ਪੀਣੇ ਗਲ ਚੰਗੇ ਮਾੜੇ ਦੀ ਆਪਣੇ ਪਰਾਏ ਦੀ ਪਰਖ ਖਤਮ ਹੋ ਜਵੇ, ਜਿਹਦੇ ਪੀਣੇ ਗਲ ਤੁਹਾਡਾ ਮਾਲਕ ਤੁਹਾਡਾ ਖਸਮ ਤੁਹਾਨੂੰ ਧੱਕੇ ਮਾਰ ਕੇ ਕੱਢ ਦੇਵੇ। ਗੁਰਦੀਪ ਸਿੰਘ ਸੇਖੋਂ ਨੂੰ ਪੁੱਛੋ, ਦਾੜਾ ਦਾ ਪ੍ਰਕਾਸ਼ਿਆ ਹੋਇਆ ਗੁਰੂ ਦਾ ਸਿੱਖ ਵੀ ਲੱਗ ਰਿਹਾ ਦੇਖਣ ਨੂੰ, ਨਾ ਵੀ ਇਹ ਲਿਖਿਆ ਹੋਇਆ ਕਿ ਗੁਰੂ ਦਾ ਦਿੱਤਾ ਹੋਇਆ ਹੈ। ਕਿ ਫਿਰ ਮਤਲਬ ਗੁਰੂ ਸਾਹਿਬ ਨੇ ਕਿਤੇ ਤਾਂ ਨਹੀਂ ਕਿ ਐਨਾਲਿਸਿਸ ਗਲਤ ਕਰ ਲਿਆ। ਗੁਰਦੀਪ ਸਿੰਘ ਨੂੰ ਸਲਾਹ ਦੇਣੀ ਚਾਹੀਦੀ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਐਨਾਲਿਸਿਸ ਗਲਤ ਕਰਿਆ ਸ਼ਰਾਬ ਬਾਰੇ। ਗੁਰਦੀਪ ਸਿੰਘ ਨੂੰ ਇੱਥੇ ਇੱਕ ਆਪਾਂ ਹੋਰ ਵੀ ਗੱਲ ਦੱਸ ਦਈਏ, ਗੁਰੂ ਨਾਨਕ ਸਾਹਿਬ ਦੇ ਸਮੇਂ ਰਾਜ ਪਲਟਿਆ। ਪਹਿਲਾਂ ਇੱਥੇ ਲੋਧੀਆਂ ਦਾ ਰਾਜ ਸੀ, ਹਿੰਦੁਸਤਾਨ ਤੇ ਪਠਾਣਾ ਦਾ ਰਾਜ ਸੀ। ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਬਾਬਰ ਇੱਥੇ ਸ਼ਾਸਕ ਬਣ ਗਿਆ। ਧੜ ਵੀ ਹੋ ਕੇ ਆਂਦਾ। ਹਾਲਾਂਕਿ ਬਾਬਰ ਕੋਈ ਸ਼ਾਸਕ ਨਹੀਂ ਸੀ ਹੈਗਾ, ਬਾਬਰ ਇੱਕ ਡਾਕੂ ਸੀ। ਪਰ ਜਿਹੜੇ ਪਠਾਨ ਸੀ ਉਹ ਲੰਬਾ ਸਮਾਂ ਰਾਜ ਕਰਨੇ ਕਰਕੇ ਸ਼ਰਾਬੀ ਹੋ ਗਏ, ਇਯਾਸ਼ੀ ਹੋ ਗਏ। ਤੇ ਜਦੋਂ ਬਾਬਰ ਨੇ ਬੰਦਿਆਂ ਨੂੰ ਰਿਪੋਰਟ ਦਿੱਤੀ ਕਿ ਇਹ ਤਾਂ ਸ਼ਰਾਬ ਪੀ ਪੀ ਕੇ ਬੋਦੇ ਹੋ ਚੁੱਕੇ ਆ, ਇਹਨਾਂ ਦਾ ਥੱਪੜ ਮਾਰ ਮਾਰ ਕੇ ਰਾਜ ਖੋਲੋ, ਉਹਨਾਂ ਨੇ ਐਸੇ ਆ ਕੇ ਉਰੇ ਕੋਹਰਾਮ ਮਚਾਇਆ ਬਾਬਰ ਦੇ ਡਾਕੂਆਂ ਨੇ। ਤੇ ਦੇਖਦੇ ਦੇਖਦੇ ਉਹ ਸਰਕਾਰ ਤੇ ਕਾਬਜ ਹੋ ਗਏ। ਔਰ ਗੁਰੂ ਨਾਨਕ ਦੇਵ ਜੀ ਨੇ ਇਹ ਸਾਰੇ ਦ੍ਰਿਸ਼ਟਾਂਤ ਨੂੰ ਗੁਰਬਾਣੀ ਦੇ ਵਿੱਚ ਚਿਤਵਿਆ ਹੈ। ਉਹਨਾਂ ਨੇ ਮੁਗਲਾਂ ਨੂੰ, ਪਠਾਣਾ ਨੂੰ ਰੱਜ ਕੇ ਗਾਲ ਕੱਢੀ ਆ। ਰਤਨ ਵਿਗਾੜ ਭਗੋਏ ਕੁੱਤੀ ਮੋਇਆ ਸਾਰ ਨਾ ਕਾਈ। ਕਹਿੰਦੇ ਇਹਨਾਂ ਨੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਦੇ ਸੀ,
ਇਹਨਾਂ ਨੇ ਸ਼ਰਾਬ ਦੇ ਨਾਲ, ਨਸ਼ਿਆਂ ਦੇ ਨਾਲ ਆਪਣੇ ਰਤਨਾਂ ਵਰਗੇ, ਅਕਾਲ ਪੁਰਖ ਵੱਲੋਂ ਦਿੱਤੇ ਰਤਨਾਂ ਵਰਗੇ ਸਰੀਰ ਨੂੰ ਵਿਗਾੜਿਆ ਕੁੱਤਿਆਂ ਨੇ। ਰਤਨ ਵਿਗਾੜ ਵਿਗੋਏ ਕੁੱਤੀ, ਕੁੱਤੇ ਲਫ਼ਜ਼ ਵਰਤਿਆ ਉਹਨਾਂ ਨੇ। ਮੋਹਿਆਂ ਸਾਰ ਨਾ ਖਾਈ। ਜਦੋਂ ਕਹਿੰਦੇ ਬਾਬਰ ਨੇ ਆ ਕੇ ਵੱਢੇ, ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਿੱਤੀ। ਈਵਨ ਦੈਟ ਇਹਨਾਂ ਨੇ ਲੋਕ ਵੀ ਮਰਵਾਤੇ। ਤੇ ਜਿਹੜੇ ਗੁਰਦਿੱਤ ਸਿੰਘ ਸੇਖੋਂ ਆ, ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਗੁਰਬਾਣੀ ਕਿਤੇ ਨਾ ਕਿਤੇ ਪੜ੍ਹਨੀ ਚਾਹੀਦੀ ਆ। ਸ਼ਰਾਬ, ਦੂਸਰੀ ਗੱਲ ਇਹ ਵੀ ਆ ਸਤਨਾਮ ਜੀ, ਜਿਹੜੇ ਬੰਦੇ ਨੇ ਕਪੱਛ ਕਰਨਾ ਹੈ, ਪੰਜਾਬੀ ਦੀ ਕਹਾਵਤ ਆ ਕਿ ਮਨ ਹਰਾਮੀ ਹੁਜਤਾਂ ਢੇਰ। ਜਿਹੜੇ ਬੰਦੇ ਨੇ ਗਲਤ ਕੰਮ ਕਰਨਾ ਹੈ, ਉਹਦੇ ਕੋਲ ਉਸ ਗਲਤ ਕੰਮ ਬਾਰੇ ਦਲੀਲਾਂ ਬਹੁਤ ਉਹਦੇ ਪੱਖ 'ਚ ਕਿ ਮੈਂ ਇਉਂ ਕਰਦਾ ਹੈ। ਮੈਂ ਗੁਰਦਿੱਤ ਸਿੰਘ ਨੂੰ ਵੀ ਤੇ ਹੋਰ ਵੀ ਜਿਹੜੇ ਬੰਦੇ ਸ਼ਰਾਬੀ ਆ, ਉਹਨਾਂ ਨੂੰ ਮੈਂ ਇਹ ਗੱਲ ਦੱਸਣੀ ਚਾਹੂੰਗਾ ਇੱਥੇ ਜ਼ਰੂਰ, ਜਿਹੜੇ ਕਹਿੰਦੇ ਕਿ ਕਈ ਤੁਹਾਨੂੰ ਇਹ ਵੀ ਕਹਿਣਗੇ ਵੀ ਲੈ ਸਾਰੇ ਲੋਕ ਥੋੜ੍ਹੀ ਪੀਂਦੇ, ਕਿਤੇ ਮੂੰਹ 'ਚ ਥੋੜ੍ਹੀ ਕੋਈ ਪਾਉਂਦਾ ਹੈਗਾ। ਜਿਹੜੇ ਪੀਂਦੇ ਉਹਨਾਂ ਦੇ ਕਿਹੜਾ ਘਰ ਬਰਬਾਦ ਹੋ ਗਏ। ਪਰ ਅੱਜ ਨਾ ਤੁਸੀਂ ਸਰਵਾ ਕਰਕੇ ਦੇਖਿਓ, ਬੜੀ ਨੇਕ ਨੀਤ ਨਾਲ, ਸਾਫ਼ ਨੀਤ ਨਾਲ, ਹਰ ਪਿੰਡ ਵਿੱਚ 5 ਪਰਿਵਾਰ ਸ਼ਰਾਬ ਦੇ ਬਰਬਾਦ ਕੀਤੇ ਹੋਏ ਤੁਹਾਨੂੰ ਮਿਲੂਗੇ। ਔਰ ਉਸ ਪਰਿਵਾਰ ਦੀ ਜਿਹੜੀ ਸਲਾਹ ਆ 3 ਪੀੜ੍ਹੀਆਂ ਤੱਕ ਜਾਂਦੀ ਆ। ਜਿਹੜੀ ਔਰਤ ਸਭ ਤੋਂ ਵੱਧ ਸੰਤਾਪ ਹੰਡਾਉਂਦੀ ਆ ਸ਼ਰਾਬੀ ਗੱਲ, ਸਭ ਤੋਂ ਵੱਧ। ਮੈਂ ਐਸੀਆਂ ਬਹੁਤ ਜਿਹੜੀਆਂ ਸਾਡੀਆਂ ਭੈਣਾਂ ਹੈ, ਉਹਨਾਂ ਦੇ ਜੀਵਨ ਨੂੰ ਨੇੜਿਓਂ ਵੀ ਦੇਖਿਆ ਹੈ। ਉਹਨਾਂ ਨੂੰ ਇਹੀ ਨਹੀਂ ਪਤਾ ਕਿ ਜਵਾਨੀ ਤੋਂ ਬਾਅਦ ਉਹ ਬੁਢਾਪੇ ਵਿੱਚ ਕਦ ਚਲੇ ਗਈਆਂ। ਤੁਸੀਂ ਕਹਿੰਦੇ ਸੰਤਾਪ ਬਣਾਉਂਦੇ ਆ, ਪਰ ਜਿਹੜੇ ਫਿਰ ਵਿਧਾਇਕ ਸਾਹਿਬ ਦੀ ਜੇ ਗੱਲ ਕਰੀਏ, ਉਹ ਤਾਂ ਕਹਿੰਦੇ ਕਿ ਜਿਹੜੇ ਬੰਦੇ ਨੂੰ ਹੁਣ ਤਲਬ ਲੱਗੀ ਹੁੰਦੀ ਹੈ, ਉਹਨੇ ਥੱਕਿਆ ਹੁੰਦਾ ਕੰਮ ਦਾ ਆ ਕੇ ਜੀ ਪਊਆ ਪੀ ਕੇ, ਫਿਰ ਉਹਨੂੰ ਮਤਲਬ ਵਧੀਆ ਲੱਗਦਾ, ਅਗਲਾ ਜਾ ਕੇ ਸੌਂ ਜਾਂਦਾ ਹੈ ਜੀ। ਉਹ ਤਾਂ ਸੌਣ ਦੀ ਗੱਲ, ਇਹ ਗੱਲ ਕਹਿੰਦੇ ਵੀ ਇੰਨੀ ਵਧੀਆ ਚੀਜ਼ ਜਿੱਦਾਂ ਇਸ ਤਰ੍ਹਾਂ ਤਾਂ ਇਦਾਂ ਹੀ ਲੱਗਦਾ ਨਾ, ਕਿ ਉਹ ਕਹਿੰਦੇ ਕਿ ਵੀ ਮਤਲਬ ਪਊਆ ਪੀਂਦਾ ਬੰਦਾ ਆਪਣੀ ਥਕਾਵਟ ਲਾ ਲੈਂਦਾ ਜੀ। ਤੁਸੀਂ ਕਹਿੰਦੇ ਹੋ ਕਿ ਸੰਤਾਪ ਬਣਾਉਂਦੀਆਂ। ਜੇ ਬੰਦਾ ਪੀ ਕੇ ਸ਼ਰਾਬ ਥਕਾਵਟ ਲਾ ਕੇ ਸੌਂ ਜਾਂਦਾ, ਫਿਰ ਸੰਤਾਪ ਕਾਹਦਾ ਜੀ? ਨਹੀਂ, ਇਹ ਸਾਡੇ ਜਿਹੜੇ ਗੁਰੁੱਤੇ ਸਿੰਘ ਆ, ਮੈਂ ਤਾਂ ਇਹਨਾਂ ਦਾ ਨਾਮ ਹੀ ਰੱਖੂੰਗਾ, ਸੇਖੋਂ ਸਾਹਿਬ। ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਜਿਹੜੇ ਸਭ ਤੋਂ ਮਾਨਤਾ ਪ੍ਰਾਪਤ ਸੀ ਜੋਗੀਆਂ ਨੂੰ, ਉਹ ਭਰਤਰ ਜੋਗੀ ਦੇ ਡੇਰੇ ਤੇ ਗਏ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਲੱਤਾਂ 'ਚ ਬਾਹਾਂ ਫਸਾ ਕੇ ਮੂੰਹ ਦੇ ਮੂੰਹ ਪਏ ਆ ਸਾਰੇ, ਕੋਈ ਇੱਧਰ ਨੂੰ ਗਿਰਿਆ ਵਾ, ਕੋਈ ਇੱਧਰ ਨੂੰ ਗਿਰਿਆ ਵਾ। ਗੁਰੂ ਸਾਹਿਬ ਨੇ ਉਹਨੂੰ ਹਲੂਣਿਆ, ਕਹਿੰਦੇ ਕੋਈ ਸ਼ਰਮ ਕਰੋ, ਤੁਸੀਂ ਇੱਕ ਚੇਤਨ ਵਰਗ ਵਿੱਚੋਂ ਸੀ, ਤੁਸੀਂ ਸਮਾਜ ਨੂੰ ਅਵੇਅਰ ਕਰਨਾ ਸੀ, ਸਮਾਜ ਨੂੰ ਐਜੂਕੇਟ ਕਰਨਾ ਸੀ, ਤੇ ਤੁਸੀਂ ਇੱਥੇ ਬੀਆਬਾਨ ਜੰਗਲਾਂ 'ਚ ਬੈਠ ਗਏ ਤੇ ਕਹੀ ਜੀ ਦੁਰਦਸ਼ਾ ਵਿੱਚ ਪਏ ਆ ਕਿ ਤੁਹਾਡੀ ਕਦੇ ਜ਼ਮੀਰ ਨਹੀਂ ਜਾਗਦੀ, ਤੁਹਾਨੂੰ ਕਦੇ ਸਮਾਜ ਦਾ ਦਰਦ ਨਹੀਂ ਆਉਂਦਾ ਕਿ ਸਮਾਜ ਨੂੰ ਸੁਧਾਰਨਾ ਚਾਹੀਦਾ ਹੈ। ਤਾਂ ਉਹ ਜੋਗੀ ਕਹਿਣ ਲੱਗੇ ਕਦੇ ਕਦੇ ਸਾਡੇ ਜਜ਼ਬਾਤ ਅਵਾਲਾ ਤਾਂ ਮਾਰਦੇ ਆ, ਕਦੇ ਕਦੇ ਸਾਨੂੰ ਲੱਗਦਾ ਹੈ ਕਿ ਅਸੀਂ ਗਲਤ ਹੋ ਗਏ ਇੱਥੇ ਆ ਕੇ। ਜਦੋਂ ਸਾਡੇ ਵਿੱਚ ਸਮਾਜ ਸੁਧਾਰ ਦੀ ਲਹਿਰ ਉੱਠਦੀ ਆ, ਫਿਰ ਅਸੀਂ ਉਹਨੂੰ ਦਬਾਉਣੇ ਵਾਸਤੇ ਇੱਕ ਤਰਲ ਪਦਾਰਥ ਬਣਾਇਆ ਵਾ, ਉਹ ਪੀ ਲੈਂਦੇ ਆ। ਉਹ ਕਿਹੜਾ ਜੀ? ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਪਹਿਲਾਂ ਤਾਂ ਉਹ ਮੈਨੂੰ ਦਿਖਾਓ ਜਿਹੜਾ ਤੁਹਾਨੂੰ ਬੇਗੈਰਤ ਕਰ ਰਿਹਾ ਹੈ, ਮੈਨੂੰ ਉਹ ਚੀਜ਼ ਦਿਖਾਓ, ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ ਜਿਹੜੀ ਤੁਹਾਨੂੰ ਬੇਗੈਰਤ ਕਰਦੀ ਆ। ਉਹ ਫਿਰ ਜੋਗੀ ਲੈ ਗਏ ਉਹਨਾਂ ਨੂੰ ਪਿਛਲੇ ਪਾਸੇ। ਉੱਥੇ ਉਹਨਾਂ ਨੇ ਦੱਸਿਆ ਕਿ ਇੱਕ ਭੱਠੀ ਲਾਈ ਹੋਈ ਆ, ਉਹਦੇ ਉੱਪਰ ਵੱਡਾ ਸਾਰਾ ਪਤੀਲਾ ਰੱਖਿਆ ਹੋਇਆ ਹੈ, ਔਰ ਪਤੀਲੇ ਦੇ ਨੀਚੇ ਅੱਗ ਬਾਲੀ ਹੋਈ ਆ। ਉਹ ਪਾਣੀ ਦੇ ਵਿੱਚ ਗੁੜ, ਸੀਰਾ ਜਿਹੜਾ ਖਰਾਬ ਹੋਇਆ ਹੋਇਆ ਗੁੜ, ਉਹ ਪਾਇਆ ਵਿੱਚ। ਉਹ ਕਹਿੰਦੇ ਅਸੀਂ, ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿਆ ਪਾਉਂਦੇ ਵਿੱਚ? ਉਹ ਕਹਿੰਦੇ ਅਸੀਂ ਖਰਾਬ ਗੁੜ, ਕਿੱਕਰ ਦਾ ਸੱਕ। ਕਿੱਕਰ ਦਾ ਸੱਕ ਜਿਹੜੇ ਸਾਡੇ ਹੁਣ ਬੱਚੇ ਵਿਚਾਰੇ ਨਵੇਂ ਆ ਨਾ, ਉਹਨਾਂ ਨੂੰ ਨਹੀਂ ਪਤਾ ਕਿੱਕਰ ਦੇ ਦਰਖਤ ਦੇ ਉੱਪਰ ਇੱਕ ਇਸ ਤਰ੍ਹਾਂ ਦੀ ਛੱਕ ਹੈ, ਖੱਲ ਹੈਗੀ ਆ ਕਿ ਉਹਨੂੰ ਜੇ ਥੋੜਾ ਥੋੜਾ ਕੁੱਟ ਦਈਏ, ਉਦੋਂ ਬਾਅਦ ਜਿਵੇਂ ਕੇਲੇ ਦਾ ਛਿਲਕਾ ਉਤਰ ਜਾਂਦਾ, ਉਹ ਐਂ ਉਤਰ ਜਾਂਦੀ ਆ। ਉਹ ਕਹਿੰਦੇ ਅਸੀਂ ਕਿੱਕਰ ਦਾ ਸੱਕ ਪਾਉਂਦੇ ਇਹਦੇ ਵਿੱਚ। ਇੱਕ ਮਹੂਏ ਦੇ ਫੁੱਲ, ਗੁਰਬਾਣੀ 'ਚ ਉਹਨਾਂ ਨੂੰ ਧਾਵੇ ਕਿਹਾ, ਉਹ ਪਾਉਂਦੇ ਆ। ਫਿਰ ਉਸ ਪਤੀਲੇ ਨੂੰ ਅਸੀਂ ਉਹਦੇ ਮੂੰਹ ਨੂੰ ਬਿਲਕੁਲ 에ਅਰ ਟਾਈਟ ਢੱਕਣ ਦੇ ਨਾਲ ਬੰਦ ਕਰ ਦਿੰਦੇ ਆ, ਤੇ ਉਹਦੇ ਵਿੱਚ ਇੱਕ ਨਲੀ ਪਾਈ ਹੋਈ ਆ ਯੂ ਟਾਈਪ, ਮਿੱਟੀ ਦੀ ਬਣੀ ਹੋਈ, ਜਿਵੇਂ ਘੜਾ ਬਣਦਾ ਨਾ ਜਿਸ ਮਟੀਰੀਅਲ ਦਾ। ਉਹ ਕਹਿੰਦੇ ਉਹਦੇ ਵਿੱਚ ਫਿਰ ਇੱਕ ਬੰਦਾ ਸਾਡਾ ਗਿੱਲਾ ਪੋਚਾ ਫੇਰਦਾ, ਉਹ ਜਦੋਂ ਅੱਗ ਬਲਦੀ ਆ ਉਹਦੇ ਵਿੱਚੋਂ ਫਿਰ ਭਾਪ ਪੈਦਾ ਹੁੰਦੀ ਆ। ਭਾਪ ਉਸ ਨਲੀ ਰਾਹੀਂ ਇੱਕ ਖਾਲੀ ਭਾਂਡਾ ਰੱਖਿਆ ਵਾ ਉਧਰ ਨੂੰ ਜਾਂਦੀ ਆ, ਤੇ ਰਸਤੇ ਵਿੱਚ ਜਦੋਂ ਗਿੱਲਾ ਪੋਚਾ ਫੇਰਦੇ ਆ ਨਾ, ਉਹਦੇ ਨਾਲ ਫਿਰ ਜਿਹੜੀ ਭਾਫ ਆ, ਸਟੀਮ ਆ ਜਿਹੜੀ, ਉਹ ਤਰਲ ਬਣ ਜਾਂਦੀ ਆ। ਇਹ ਤੁਸੀਂ ਨਿਰੀਪੁਰੀ ਇਦਾਂ ਹੀ ਇੱਕ ਕਹਾਣੀ ਸੁਣਾਤੀ ਜਾਂ ਵੀ ਦਾ ਕੋਈ ਇਤਿਹਾਸਕ ਹਵਾਲਾ ਵੀ ਹੈਗਾ ਜੀ? ਬਿਲਕੁਲ ਹਵਾਲਾ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਉੱਥੇ ਸਾਰਾ ਦੇਖਿਆ, ਕਿਉਂਕਿ ਪੋਚਾ ਜਦੋਂ ਫੇਰਦੇ ਨਾ ਭਾਪ ਦੇ ਉੱਪਰ, ਉਹ ਫਿਰ ਲਿਕੁਇਡ ਫਾਰਮ 'ਚ ਆ ਜਾਂਦੀ ਆ ਭਾਪ। ਇਹਦਾ ਆਪਣਾ ਤਰੀਕਾ ਹੈ ਵੀ ਉਹ ਜਿਹੜਾ ਲਿਕੁਇਡ ਜਾ ਕੇ ਭਾਂਡੇ 'ਚ ਗਿਰਦਾ ਹੈ, ਉਹ ਇੱਕ ਨਸ਼ੀਲਾ ਪਦਾਰਥ ਆ ਜਿਹਨੂੰ ਸ਼ਰਾਬ ਕਹਿੰਦੇ ਆ। ਇਹ ਸਾਰੀ ਸ਼ਰਾਬ ਕੱਢਣ ਦੀ ਵਿਧੀ ਆ। ਉਹ ਕਹਿੰਦੇ ਵੀ ਅਸੀਂ ਉਹ ਫਿਰ ਜਿਹੜੀ ਸ਼ਰਾਬ ਆ ਨਾ,
ਉਹਦੇ 2-2 ਗਲਾਸ ਮਾਰ ਕੇ ਪੈ ਜਾਂਦੇ ਆ। ਫਿਰ ਸਾਨੂੰ ਨਾ ਘਰ ਯਾਦ ਆਉਂਦਾ ਹੈ ਤੇ ਜਿਹੜੇ ਸਾਡੇ ਵਿੱਚ ਸਮਾਜ ਸੁਧਾਰ ਦਾ ਜਜ਼ਬਾ ਹੈ ਉਹ ਵੀ ਖਤਮ ਹੋ ਜਾਂਦਾ ਹੈ, ਬੇਗੈਰਤ ਹੋ ਜਾਂਦੀ। ਬੇਗੈਰਤ ਹੋ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਵੀ ਇਹ ਜਿਹੜੀ ਤੁਸੀਂ ਬਣਾ ਰਹੇ ਆ ਨਾ ਪੀਣ ਵਾਸਤੇ, ਇਹਦੇ ਨਾਲ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ, ਵਿਨਾਸ਼ ਹੋ ਸਕਦਾ ਹੈ। ਗੁਰਦਿੱਤ ਜੀ ਨੂੰ ਮੈਂ ਇਹ ਬੇਨਤੀ ਕਰਦਾ ਹੈ ਕਿ ਜਿਹੜੀ ਚੀਜ਼ ਨੂੰ ਪ੍ਰਮੋਟ ਕਰਦੇ ਆ ਵੀ ਇਹ ਰਾਮਗਲ ਬੰਦਾ ਸੌਂ ਜਾਂਦਾ ਹੈ, ਇਹ ਸਮਾਜ ਨੂੰ ਵਿਨਾਸ਼ ਵੱਲ ਨੂੰ ਲਿਜਾਏਗੀ, ਵਿਕਾਸ ਵੱਲ ਨੂੰ ਨਹੀਂ ਲਿਜਾਏਗੀ। ਪਰ ਜੋਗੀ ਗੁਰਦਿੱਤ ਸਿੰਘ ਨਾਲੋਂ ਚੰਗੇ ਸੀ। ਉਹ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਨ ਲੱਗੇ ਵੀ ਫਿਰ ਤੁਸੀਂ ਦੱਸੋ ਅਸੀਂ ਕੀ ਪੀਏ। ਉਹ ਕਹਿੰਦੇ ਤੁਹਾਡਾ ਜਿਹੜਾ ਬਣਾਉਣ ਦਾ ਤਰੀਕਾ ਸਾਰਾ ਠੀਕ ਆ, ਇਹਦੇ ਜਿਹੜਾ ਰਾਮ ਮਟੀਰੀਅਲ ਪਾਉਂਦੇ ਆ ਨਾ ਉਹ ਤੁਹਾਨੂੰ ਮੈਂ ਦੱਸਦਾ। ਉਹ ਬੜੀ ਗੌਰ ਗੱਲ ਸੁਣਨ ਲੱਗੇ। ਗੁਰੂ ਨਾਨਕ ਦੇਵ ਜੀ ਨੇ ਉੱਥੇ ਸ਼ਬਦ ਉਚਾਰਿਆ, ਗੁੜ ਕਰ ਗਿਆਨ। ਉਹ ਕਹਿੰਦੇ ਗੁੜ ਦੀ ਜਗ੍ਹਾ ਗਿਆਨ ਪਾਓ, ਨੌਲੇਜ ਪਾਓ, ਐਜੂਕੇਸ਼ਨ ਪਾਓ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਇਕਾਗਰਤਾ ਧਿਆਨ ਨੂੰ ਕਹਿੰਦੇ ਆ। ਤੇ ਜਿਹੜਾ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਧਾਵੇ ਮਹੂਏ ਦੇ ਫੁੱਲ, ਨਸ਼ੀਲੇ ਫੁੱਲ, ਉਹਨਾਂ ਨੂੰ ਛੱਡ ਕੇ ਉੱਥੇ ਇਕਾਗਰਤਾ ਪਾਓ। ਕਰ ਕਰਨੀ, ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਜਿਹੜਾ ਕਾਸਾ ਕਿੱਕਰ ਦਾ ਸਾਕਾ ਉਹ ਆਪਣੀਆਂ ਚੰਗੀਆਂ ਕਰਤੂਤਾਂ ਦਾ ਪਾਓ, ਚੰਗੀਆਂ ਆਦਤਾਂ ਦਾ ਪਾਓ। ਕਰ ਕਰਨੀ ਕਸ ਪਾਈਐ, ਭਾਠੀ ਪ੍ਰੇਮ, ਜਿਹੜੀ ਪੱਠੀ ਆ ਉਹ ਪ੍ਰੇਮ ਦੀ ਬਣਾਓ। ਸਮਾਜ ਨੂੰ ਕਿਵੇਂ ਉਸਾਰਨਾ ਹੈ। ਭਾਠੀ ਪ੍ਰੇਮ ਭਵਨ ਕਾ ਪੋਚਾ। ਆ ਜਿਹੜਾ ਤੁਸੀਂ ਲੀਰ ਫੇਰਦੇ ਨਾ ਗਿੱਲੀ, ਇਹ ਭਵਨ ਸਰੀਰ ਦਾ ਬਣਾਓ ਆਪਣੇ ਦਾ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਪ੍ਰੇਮ ਭਵਨ ਕਾ ਪੋਚਾ। ਇਤਰਾ ਸਮਿਓ ਚੁਆਈਐ। ਕਹਿੰਦੇ ਉਹ ਜਿਹੜੀ ਸ਼ਰਾਬ ਬਣੂਗੀ ਨਾ ਉਹ ਪੀ ਕੇ ਮੇਰੀ ਗਰੰਟੀ ਆ ਸਮਾਜ ਦਾ ਵਿਕਾਸ ਹੋਊਗਾ। ਆ ਜੋ ਤੁਸੀਂ ਪੁੱਠੇ ਕੰਮ ਲੱਗੇ ਵੇ ਆ ਇਹ ਵਿਨਾਸ਼ ਕਰੂੰਗੀ। ਸ਼ਰਾਬ ਕਦੀ ਚੰਗੀ ਨਹੀਂ ਹੋ ਸਕਦੀ। ਤੇ ਜਿਹੜੇ ਹੁਣ ਹੋਰ ਵੀ ਬੰਦੇ ਜਿਹੜੇ ਹੈਗੇ ਆ ਸਾਡੇ ਵਿਧਾਇਕ ਜੋ ਚੱਲ ਰਹੇ ਆ, ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਾ, ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ। ਇਸ ਵਾਰ ਨਾ ਕੇਜਰੀਵਾਲ ਦੇ ਨਾਂ 'ਤੇ ਬਣੀ ਆ, ਨਾ ਝਾੜੂ ਦੇ ਨਾਂ 'ਤੇ ਬਣੀ ਆ, ਨਾ ਆਮ ਆਦਮੀ ਪਾਰਟੀ ਦੇ ਨਾਂ 'ਤੇ ਬਣੀ ਆ। ਇਹ ਭਗਵੰਤ ਮਾਨ ਦੇ ਬੋਲਾਂ 'ਚੋਂ ਜਿਹੜੀ ਸਮਾਜ ਸੁਧਾਰ ਦੀ ਖੁਸ਼ਬੂ ਸੀ ਉਹਨੂੰ ਵੋਟਾਂ ਪਈਆਂ। ਜੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਿੱਚੋਂ ਸਾਈਡ ਤੇ ਕਰ ਦਿੰਦੇ ਤਾਂ 93 ਦਾ ਮੂਰਲਾ ਨਾਇਆ ਇਕੱਠ ਹੋ ਜਾਣਾ ਸੀ। 3 ਰਹਿ ਜਾਣੇ ਸੀ। 3 ਰਹਿ ਜਾਣੇ ਸੀ। ਇਹ ਬਾਕੀ ਬੰਦਿਆਂ ਦਾ ਤਾਂ ਤੁੱਕਾ ਲੱਗ ਗਿਆ। ਕਈਆਂ ਨੂੰ ਤਾਂ ਮੈਂ ਨਿੱਜੀ ਤੌਰ ਤੇ ਜਾਣਦਾ ਹੈ ਕਿ ਜਿਹੜੇ ਵਿਚਾਰੇ ਪੂਰੀ ਜ਼ਿੰਦਗੀ ਸਕੂਲ ਵਿੱਚ ਮੋਨੀਟਰ ਨਹੀਂ ਬਣੇ ਕਦੀ, ਉਹ ਵਿਧਾਇਕ ਬਣ ਗਏ। 92 ਬਣੇ ਜੀ। 70% ਲੋਕਾਂ ਨੂੰ, ਵੋਟਰਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਵਿਧਾਇਕ ਦਾ ਉਮੀਦਵਾਰ ਕੌਣ, ਉਹਦਾ ਨਾਂ ਨਹੀਂ ਸੀ ਪਤਾ। ਉਹ ਇਹੀ ਸੋਚਦੇ ਸੀ ਵੀ 2 ਬੁੱਚੜ ਜਿਹੜੇ ਕਾਂਗਰਸੀ ਤੇ ਅਕਾਲੀ ਆ, ਇਹਨਾਂ ਤੋਂ ਜਿਹੜਾ ਬਚਾ ਜਵੇ ਉਹੀ ਚੰਗਾ ਹੈ। ਅੱਜ ਇਹ ਵੀ ਥੋੜੇ ਜਿਹੇ ਬੇਤਰਤੀਬੇ ਚੱਲ ਪਏ। ਹਾਲਾਂਕਿ ਲੋਕਾਂ ਨੇ ਰੱਜ ਕੇ, ਅਕਾਲ ਪੁਰਖ ਨੇ ਇਹਨਾਂ ਨੂੰ ਰੱਜ ਕੇ ਪਾਵਰ ਦਿੱਤੀ ਆ। ਇਹ ਜੇ ਹੁਣ ਨਾ ਸੁਧਾਰ ਸਕੇ ਫਿਰ ਮੌਕਾ ਨਹੀਂ ਮਿਲਣਾ। ਲੋਕਾਂ ਨੇ ਤਾਂ ਇਹ ਗੱਲ ਇਹਨਾਂ ਨੂੰ ਕਹਿਤੀ ਕਿ ਤੇਰੇ ਅੱਗੇ ਥਾਨ ਸੁੱਟਿਆ, ਭਾਵੇਂ ਸੂਟ ਸਵਾਲਾ ਭਾਵੇਂ ਲਹਿੰਗਾ, ਸਭ ਕੁਝ ਤਾਂ ਇਹਨਾਂ ਦੇ ਕੋਲ ਆ। ਜਿਹੜਾ ਆਪੋਜੀਸ਼ਨ ਤਾਂ ਹੁਣ ਰਹੀ ਕਿੱਥੇ ਆ। ਹੁਣ ਤੁਸੀਂ ਦੇਖੋ ਜਿਹੜੇ ਅਕਾਲੀ ਆ ਉਹਨਾਂ ਨੂੰ ਤਾਂ ਬਰਗਾੜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਹੜੇ ਉੱਥੇ 2 ਬੱਚਿਆਂ ਪਰ ਗੋਲੀਆਂ ਚਲਵਾਈਆਂ ਇਹਨਾਂ ਦੇ ਟਾਈਮ 'ਚ, ਉਹ ਅਕਾਲੀ ਦਲ ਨੂੰ ਸਿਵਿਆਂ 'ਚ ਛੱਡ ਕੇ ਆਉਂਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਆਂ ਨੂੰ ਸਿਵਿਆਂ ਤੱਕ ਪਹੁੰਚਾ ਕੇ ਆਉਂਗੀ। ਜਿਹੜੀ ਕਾਂਗਰਸ ਆ ਆਪੋਜੀਸ਼ਨ ਵਿੱਚ ਆ, ਉਹਦਾ ਤਾਂ ਸਵੇਰ ਨੂੰ ਉੱਠ ਕੇ ਹੀ ਨਹੀਂ ਪਤਾ ਲੱਗਦਾ ਵੀ ਭਾਜਪਾ 'ਚ ਕੌਣ ਗਿਆ, ਜੇਲ੍ਹ ਕੌਣ ਗਿਆ। ਜਿਹੜਾ ਹੁਣ ਲੋਕਾਂ ਨੇ ਜਿਹੜਾ ਥਾਨ ਸੁੱਟਿਆ ਸੀ, ਹੁਣ ਉਹਦਾ ਸੂਟ ਬਣਿਆ ਕਿ ਲਹਿੰਗਾ ਬਣਿਆ ਜੀ? ਹਜੇ ਤਾਂ ਅੱਧ ਵਿਚਾਲਾ ਮੈਨੂੰ ਲੱਗਦੀ ਕਿਤੇ ਲੀਰਾਂ ਨਾ ਕਰ ਦੇਵੇ ਥਾਂ ਦੀਆਂ। ਜੋ ਜੇ ਗੁਰਦਿੱਤ ਸਿੰਘ ਵਰਗੇ ਬੰਦੇ ਬਿਆਨ ਦੇ ਰਹੇ ਆ ਨਾ ਵੀ ਹਾਂ ਵੀ ਸ਼ਰਾਬ ਪੀ ਕੇ ਰਾਮਗਲ ਸੌਂਜੇ ਕਰੋ, ਕਿਉਂਕਿ ਸ਼ਰਾਬ ਦੀ ਆਮਦਨ ਕੋਈ ਚੰਗੀ ਆਮਦਨ ਨਹੀਂ। ਫਿਰ ਇਹ ਤੋਂ ਉੱਪਰ ਤਾਂ ਬਾਹਰਲੇ ਦੇਸ਼ਾਂ ਵਿੱਚ ਬਹੁਤ ਕੁਛ ਆ। ਤੁਹਾਡਾ ਗੁਆਂਢੀ ਮੁਲਕ ਆ ਥਾਈਲੈਂਡ, ਉਹਨਾਂ ਨੇ ਸੈਕਸ ਫ੍ਰੀ ਕਰਿਆ ਵਾ, ਅੱਡੇ ਖੋਲ੍ਹੇ ਵੇ ਆ। ਅੱਜ ਦੁਨੀਆ ਦੇ ਜਿੰਨੇ ਵੀ ਹੈਗੇ ਆ ਯਾਸ਼ ਲੋਕ ਉੱਥੇ ਨੂੰ ਭੱਜਦੇ ਆ। ਗਰਕਣਾ ਤਾਂ ਜਿੰਨਾ ਮਰਜ਼ੀ ਕਰਕੇ ਜਾ ਸਕਦਾ, ਪਰ ਪੰਜਾਬ ਤਾਂ ਗੁਰੂਆਂ ਦੇ ਨਾਂ ਤੇ ਵਸਦਾ ਸੀ। ਗੁਰੂਆਂ ਦੇ ਨਾਂ ਤੇ ਵਸਣ ਦੀ ਗੱਲ ਕਹੀ ਜਾਂਦੀ ਸੀ, ਗੈਰਤਮੰਦ ਪੰਜਾਬੀਆਂ ਦੀ ਗੱਲ ਕੀਤੀ ਜਾਂਦੀ ਸੀ। ਤੇ ਤੁਸੀਂ ਕਹਿੰਦੇ ਹੋ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿਹੜੀ ਤੁਹਾਡੀ ਗੈਰਤ ਮਾਰਦੀ ਆ ਉਹ ਜਿਹੜੀ ਚੀਜ਼ ਕਿਹੜੀ ਮੈਨੂੰ ਦਿਖਾਓ, ਤੇ ਉਹਨਾਂ ਨੇ ਸ਼ਰਾਬ ਦਿਖਾਈ। ਤੇ ਫਿਰ ਅੱਜ ਜਿਹੜੀ ਪੰਜਾਬ ਦੀ ਗੈਰਤ ਮਰੀ ਆ, ਤੁਸੀਂ ਇਹਦਾ ਕਾਰਨ ਸ਼ਰਾਬ ਨੂੰ ਸਮਝਦੇ ਹੋ? ਫਿਰ ਕੀ ਕਾਰਨ ਕੀ ਰਹਿੰਦੇ ਤੁਹਾਡੇ? ਨਹੀਂ, ਮੈਂ ਤਾਂ ਜਿਹੜੇ ਬੰਦੇ ਪੀਂਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ 239 ਸਾਲ
ਗੁਰੂ ਸਾਹਿਬਾਨਾਂ ਨੇ ਰੱਜਵੀਂ ਮਿਹਨਤ ਕਰੀ ਤੁਹਾਨੂੰ ਬੰਦੇ ਬਣਾਉਣ ਖਾਤਰ। ਉਹ ਤੋਂ ਬਾਅਦ 100 ਸਾਲ ਦੇ ਕਰੀਬ ਸਾਡੇ ਸਿੱਖਾਂ ਨੇ ਕੁਰਬਾਨੀਆਂ ਕਾਹਦੇ ਵਾਸਤੇ ਕੀਤੀਆਂ? ਪੰਜਾਬ ਨੂੰ ਕਾਇਮ ਕਰਨ ਵਾਸਤੇ। ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਲਜਾ ਉਹਦੇ ਮੂੰਹ ਵਿੱਚ ਪਾਇਆ ਗਿਆ ਸਿਰਫ ਇਸ ਕਰਕੇ ਕਿ ਤੂੰ ਸਮਾਜ ਸੁਧਾਰਕ ਬਣਦਾ ਬਹੁਤ। ਉਹਨੂੰ ਸਜ਼ਾ ਦਿੱਤੀ ਗਈ ਆ। ਜਿਹੜੇ ਬੰਦੇ ਸ਼ਰਾਬ ਪੀਂਦੇ ਆ ਤੇ ਜਿਹੜੇ ਪ੍ਰਮੋਟ ਕਰਦੇ ਆ, ਬਾਈ ਇੱਕ ਵਾਰੀ ਸ਼ਾਮ ਨੂੰ ਪੀਣ ਲੱਗੇ ਇਹ ਜ਼ਰੂਰ ਕਹਦੇ ਕਰੋ ਕਿ ਗੁਰੂ ਨਾਨਕ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਹੈਗਾ, ਸਾਨੂੰ ਤਾਂ ਸੁਧਾਰ ਨਹੀਂ ਸਕਿਆ। ਜਾਂ ਕਹਦੇ ਕਰੋ ਕਿ ਐਵੇਂ ਉਹ ਭਗਾਈ ਮਾਰ ਕੇ ਚਲੇ ਗਏ ਇੱਥੇ। ਪਰ ਲੋਕਾਂ ਨੇ ਤਾਂ ਅੱਜ ਕੱਲ੍ਹ ਜਿਹੜਾ ਹੈਗਾ ਫੇਸਬੁੱਕ ਤੇ ਕਮੈਂਟ ਬਾਕਸ ਦੇ ਵਿੱਚ ਹੁਣ ਤੁਹਾਡੇ ਮੇਰੇ ਬਾਰੇ ਵੀ ਟਿੱਪਣੀਆਂ ਹੋਣੀਆਂ ਵੀ ਇੱਥੇ ਵਿਦਵਾਨ ਬੜੇ ਖੜੇ ਆ ਤੇ ਸ਼ਾਮੀ ਇਹਨਾਂ ਨੇ ਜਾ ਕੇ ਪੈਗ ਲਾ ਲੈਣੇ। ਮੈਂ ਤਾਂ ਆਪਣੇ ਬਾਰੇ ਦੱਸ ਦਿੰਦਾ ਕਿ ਮੈਂ ਤਾਂ ਜੀ ਕਦੀ ਨੇੜਿਓਂ ਵੀ ਨਹੀਂ ਲੰਘਿਆ, ਅੰਮ੍ਰਿਤ ਛਕਿਆ ਹੋਇਆ। ਤੁਸੀਂ ਵੀ ਦੱਸ ਦਿਓ ਜਰਾ ਕਿ ਤੁਸੀਂ ਕਿਤੇ ਸ਼ਾਮ ਨੂੰ ਜਾ ਕੇ ਬਹਿਣਾ ਤਾਂ ਨਹੀਂ ਕਿਤੇ? ਮੈਂ ਦੇਖੋ ਆਪਣੀ ਗੱਲ ਆਪਾਂ ਦੱਸਣੀ ਨਹੀਂ ਚਾਹੁੰਦੇ ਮੈਂ, ਪਰ ਤੁਸੀਂ ਹੁਣ ਗੱਲ ਕੀਤੀ ਆ ਕਿ ਇੱਥੇ ਇੱਕ ਗੁਰਦੁਆਰਾ ਸਾਹਿਬ ਆ ਹੈਡ ਦਰਬਾਰ ਲੱਕੜ ਸਾਹਿਬ, ਬੜੀ ਸੰਗਤ ਆਉਂਦੀ ਆ, ਦੁਨੀਆ ਭਰ ਦੇ ਲੋਕ ਉੱਥੇ ਆਉਂਦੇ ਆ। ਉਹ ਗੁਰਦੁਆਰੇ ਦੀ ਪਹਿਲੀ ਛੰਨ ਪਹਿਲੀ ਝੁੰਗੀ ਚੌਂਪੜੀ ਮੇਰੇ ਪਿਤਾ ਜੀ ਦੇ ਹੱਥ ਦੀ ਬਣਾਈ ਹੋਈ ਆ। ਸੰਤ ਬਾਬਾ ਸ਼ਾਦੀ ਸਿੰਘ ਸੀ ਇੱਥੇ, ਉਹਨਾਂ ਦੇ ਨਾਲ ਅਸੀਂ ਵੀ ਇੱਥੇ ਹੋ ਰਹੇ ਆ। ਉਹ ਇੱਥੇ ਜਦੋਂ ਉਹਨਾਂ ਕੋਲ ਕੋਈ ਬੰਦਾ ਕਹਿੰਦਾ ਸੀ ਨਾ ਵੀ ਅਸੀਂ ਆਪਣੇ ਘਰੇ ਅਖੰਡ ਪਾਠ ਸਾਹਿਬ ਕਰਾਉਣਾ ਹੈ, ਬਾਬਾ ਸ਼ਾਦੀ ਸਿੰਘ ਪੁੱਛਦੇ ਸੀ ਤੁਹਾਡੇ ਪਰਿਵਾਰ 'ਚ ਕੋਈ ਦਾਰੂ ਪੀਂਦਾ ਹੈ? ਉਹ ਕਹਿੰਦੇ ਜੀ ਮੁੰਡਾ ਪੀਂਦਾ ਹੈ। ਉਹ ਕਹਿੰਦੇ ਅਸੀਂ ਹੱਥ ਬੰਨੇ, ਅਸੀਂ ਪਾਠ ਨਹੀਂ ਤੁਹਾਡੇ ਘਰਾਂ ਕਰਨਾ। ਤੇ ਅੱਜ ਵੀ ਮੇਰੇ ਪਿਤਾ ਜੀ ਦੀ ਫੋਟੋ ਲੰਗਰ ਹਾਲ ਵਿੱਚ ਲੱਗੀ ਹੋਈ ਆ ਬਾਬਾ ਵੀਰ ਸਿੰਘ ਦੇ ਨਾਂ 'ਤੇ। ਤੇ ਅਸੀਂ ਤਾਂ ਗੁਰੂ ਮਹਾਰਾਜ ਦੀ ਮੈਂ ਕਹਿੰਦਾ ਐਡੀ ਕਿਰਪਾ ਪੂਰੀ ਦੁਨੀਆ ਪਰ ਨਹੀਂ ਹੋਣੀ ਜੋ ਸਾਡੇ ਪਰਿਵਾਰ ਪਰ ਆ। ਤੁਸੀਂ ਕੀ ਚਾਹੁੰਦੇ ਸੀ ਕਿ ਜੇ ਹੁਣ ਸ਼ਰਾਬ ਸਰਕਾਰ ਸਸਤੀ ਨਾ ਕਰਦੀ, ਅਕਸਰ ਜਿਹੜਾ ਰੈਵਨਿਊ ਸੀ ਉਹਦਾ ਵੱਡਾ ਹਿੱਸਾ ਠੇਕੇਦਾਰਾਂ ਦੀ ਜੇਬ 'ਚ ਜਾ ਰਿਹਾ ਸੀ, ਸਰਕਾਰ ਦਾ ਇਹ ਤਰਕ ਆ, ਤਾਂ ਸਰਕਾਰ ਨੂੰ ਕਰਨਾ ਕੀ ਚਾਹੀਦਾ ਸੀ ਫਿਰ? ਹੁਣ ਜੇ ਠੇਕੇਦਾਰਾਂ ਦੀ ਜੇਬ 'ਚੋਂ ਕੱਢ ਕੇ ਲੋਕਾਂ ਨੂੰ ਨਾ ਦਿੰਦੀ ਸਰਕਾਰ, ਆਪਣੇ ਖਜ਼ਾਨੇ 'ਚ ਪਾ ਲੈਂਦੀ, ਤੁਸੀਂ ਕੀ ਕਹਿੰਦੇ ਹੋ? ਤੁਸੀਂ ਇਹ ਦੱਸੋ ਫਿਰ ਜੇ ਸਰਕਾਰ ਨੇ ਇਹੀ ਕਰਨਾ ਹੈ ਨਾ ਤਾਂ ਮੈਂ ਤਾਂ ਕਹਿੰਦਾ ਵੀ ਜੇ ਸ਼ਰਾਬੇ ਪ੍ਰਮੋਟ ਕਰਨੀ ਆ ਫਿਰ ਖੁੱਲ੍ਹ ਕੇ ਕਰੋ। ਪਹਿਲੀ ਗੱਲ ਤਾਂ ਸ਼ਰਾਬ ਦੇ ਉੱਪਰ ਜਿਹੜਾ ਲਿਖਿਆ ਵਾ ਹੈ ਸਿਹਤ ਲਈ ਹਾਨੀਕਾਰਕ ਆ, ਉਹ ਚੱਕ ਦਿਓ। ਡਾਕਟਰਾਂ ਦੀ ਸਲਾਹ ਲੈ ਕੇ ਉਹ ਸਿਹਤ ਵਾਸਤੇ ਕਿਆ ਕਿਆ ਫਾਇਦੇ ਕਰਦੀ ਉਹ ਪਰ ਲਿਖ ਦਿਓ ਤੇ ਲਿਖੋ ਕਿ ਇਹ ਸ਼ਰਾਬ ਪੀਣੀ ਸਿਹਤ ਲਈ ਬਹੁਤ ਫਾਇਦੇਮੰਦ ਆ, ਲਿਖ ਕੇ ਦਿਖਾਓ। ਭਗਤ ਸਿੰਘ ਦੀ ਫੋਟੋ ਲਾ ਦਿਓ ਸ਼ਰਾਬ ਦੀ ਬੋਤਲ ਤੇ। ਇਹ ਰੋਜ਼ ਕਹਿੰਦੇ ਆ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ, ਉਹਨੂੰ ਵੀ ਵਿਚਾਰੇ ਨੂੰ ਬੈਠੇ ਨੂੰ ਪਤਾ ਲੱਗੇ ਸਵਰਗਾਂ 'ਚ ਵੀ ਕਿਹਨਾਂ ਡੰਗਰਾਂ ਵਾਸਤੇ ਮੈਂ ਮਰ ਕੇ ਇੱਥੇ ਕੁਰਬਾਨੀਆਂ ਕੀਤੀਆਂ। ਤੇ ਲਾਓ ਫੋਟੋਆਂ, ਉਦਮ ਸਿੰਘ ਦੀ ਲਾ ਦਿਓ, ਰਾਜਗੁਰੂ ਦੀ ਲਾ ਦਿਓ, ਸੁਖਦੇਵ ਦੀ ਲਾ ਦਿਓ, ਉਹਨਾਂ ਦੇ ਬ੍ਰਾਂਡ ਬਣਾ ਦਿਓ ਨਾ। ਤੇ ਭਗਤ ਸਿੰਘ ਹੋਰਾਂ ਦੀ ਤਾਂ ਥਾਂ ਦੇ ਉੱਤੇ ਉਹਨਾਂ ਨੇ ਸਹੁੰ ਚੁੱਕੀ ਹੈ ਜੀ, ਜਾ ਕੇ ਐਡਾ ਵੱਡਾ ਸਮਾਗਮ ਕੀਤਾ, ਸਾਰਿਆਂ ਨੂੰ ਕਿਹਾ ਕਿ ਤੁਸੀਂ ਮੁੱਖ ਮੰਤਰੀ, ਤੁਸੀਂ ਅੱਜ ਤੋਂ ਮੈਂ ਮੁੱਖ ਮੰਤਰੀ ਨਹੀਂ ਹੈਗਾ, ਇੰਨੀਆਂ ਵੱਡੀਆਂ ਗੱਲਾਂ ਕੀਤੀਆਂ। ਅੱਜ ਤੱਕ ਤਾਂ ਕੋਈ ਮੁੱਖ ਮੰਤਰੀ ਗਿਆ ਨਹੀਂ ਜੀ ਭਗਤ ਸਿੰਘ ਦੀ ਥਾਂ ਤੇ ਜਾ ਕੇ ਸਹੁੰ ਚੁੱਕਣ। ਜੇ ਦੇਸ਼ ਦੀ ਆਰਥਿਕਤਾ ਸ਼ਰਾਬ ਨਹੀਂ ਸੁਧਾਰਨੀ ਆ ਫਿਰ ਖਟਕਲ ਕਲਾਂ ਜਾਣੇ ਦੀ ਲੋੜ ਨਹੀਂ ਸਹੁੰ ਚੱਕਣੇ ਦੀ। ਫਿਰ ਕਿੱਥੇ ਚੱਕਦੇ ਜੀ? ਤੇ ਸ਼ਰਾਬ ਦੀ ਫੈਕਟਰੀ 'ਚ ਰੱਖਦੇ, ਨਾਲੇ ਜਿੰਨੇ ਵੀ ਬੰਦੇ ਆਉਂਦੇ ਸਹੁੰ ਚੱਕਣ ਸਮਾਗਮ ਵਿੱਚ ਉਹਨਾਂ ਨੂੰ 2-2 ਪੈਗ ਲਵਾਉਂਦੇ, ਜਿਹੜੇ ਨਹੀਂ ਪੀਂਦੇ ਉਹਨਾਂ ਨੂੰ ਵੀ ਸਵਾਦ ਪੈ ਜਾਂਦਾ ਸ਼ਾਇਦ, ਉਹਦੇ ਨਾਲ ਇਹਨਾਂ ਦੇ ਗਾਹਕ ਵਧਣੇ ਤੇ ਆਮਦਨ ਵਧਣੀ ਸੀ। ਭਗਤ ਸਿੰਘ ਦੀ ਫੋਟੋ ਕਹਿੰਦੇ ਦਫ਼ਤਰਾਂ ਵਿੱਚ ਲਾਈ ਆ, ਡਾਕਟਰ ਅੰਬੇਦਕਰ ਦੀ ਫੋਟੋ ਦਫ਼ਤਰਾਂ 'ਚ ਲਾਈ ਆ। ਮੈਨੂੰ ਇੱਕ ਲਿਖਤ ਦਿਖਾ ਦਿਓ ਭਗਤ ਸਿੰਘ ਦੀ ਜਾਂ ਅੰਬੇਦਕਰ ਦੀ ਜਿਹਦੇ ਉਹਨੇ ਸ਼ਰਾਬ ਨੂੰ ਚੰਗਾ ਕਿਹਾ ਹੋਵੇ, ਜਾਂ ਇਹ ਦੱਸ ਦਿਓ ਵੀ ਉਹ ਸ਼ਰਾਬ ਪੀਂਦੇ ਹੋਵੇ ਉਹ ਬੰਦੇ। ਤੇ ਇਹਦਾ ਫਿਰ ਉਹਦੇ ਨਾਂ ਨੂੰ ਬਦਨਾਮ ਕਰ ਰਹੇ ਆ। ਤੇ ਸਰਕਾਰ ਤਾਂ ਕਹਿੰਦੀ ਵੀ ਰੈਵਨਿਊ ਕਿੱਥੋਂ ਇਕੱਠਾ ਹੋਵੇ, ਪੰਜਾਬ ਤਾਂ ਹੁਣ ਗੁਰੂਆਂ ਦੇ ਨਾਂ ਚੱਲਣ ਵਾਲੀ ਤਾਂ ਗੱਲ ਜਿਹੜੀ ਰਹੀ ਹੈ, ਪਰ ਪੰਜਾਬ ਅਸਲ 'ਚ ਚੱਲਦਾ ਕਹਿੰਦੇ ਸ਼ਰਾਬ ਦੀ ਨਾਂ 'ਤੇ ਚੱਲ ਰਿਹਾ ਜੀ। ਸ਼ਰਾਬ ਤੋਂ ਹੀ ਸਾਨੂੰ ਰੈਵਨਿਊ ਆਉਂਦਾ, ਅਸੀਂ ਕਰਾਂਗੇ ਕੀ? ਸਾਡੇ ਕੋਲ ਜਦੋਂ ਪੈਸਾ ਹੀ ਨਹੀਂ ਹੋਊਗਾ, ਖਜ਼ਾਨਾ ਖਾਲੀ ਹੋਊਗਾ, ਫਿਰ ਲੋਕਾਂ ਨੂੰ ਸਹੂਲਤਾਂ ਕਿੱਥੋਂ ਦੇਣੀ? ਹਜ਼ਾਰ ਵੀ ਤਾਂ ਦੇਣਾ। ਅਰਬਾਂ ਖਰਬਾਂ ਰੁਪਈਏ ਦਾ ਇੱਥੇ ਰੇਤਾ ਬਜਰੀ ਅੱਜ ਵੀ ਵਿਕ ਰਿਹਾ ਹੈ, ਸੜਕ ਦੇ ਉੱਪਰ ਲਾਈਨਾਂ ਲੱਗੀਆਂ ਜਾਂਦੀਆਂ। ਸਰਕਾਰ ਨੂੰ ਸ਼ਰਾਬ ਤੋਂ ਪਹਿਲਾਂ ਉਹ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਸੀ। ਜਦ ਤੱਕ ਕਹਿੰਦੇ ਅਸੀਂ ਕੋਆਪਰੇਟਿਵ ਸੁਸਾਇਟੀਆਂ ਬਣਾਵਾਂਗੇ, ਕਾਰਪੋਰੇਸ਼ਨ ਬਣਾਵਾਂਗੇ, ਤੇ ਉਸ ਤੋਂ ਬਾਅਦ ਅੱਜ ਸਤਨਾਮ ਜੀ ਅੱਜ ਵੀ 1,40,000 ਕਿੱਲਾ ਪੰਜਾਬ ਦਾ ਸ਼ਾਮਲਾਟਾਂ ਦਾ ਉਹ ਖਾਲੀ ਪਿਆ ਜਿੱਥੇ ਕੋਈ ਕਾਸ਼ਤ ਨਹੀਂ ਹੁੰਦੀ। ਅੱਜ ਸਾਡੇ ਪੰਜਾਬ ਦੇ ਵਿੱਚ ਫਰੂਟ ਜਿੰਨਾ ਵਿਕਦਾ ਹੈ, ਮੈਨੂੰ ਲੱਗਦਾ ਕਿ 2% ਵੀ ਸਾਡੇ ਪੰਜਾਬ ਵਿੱਚ ਪੈਦਾ ਨਹੀਂ ਹੁੰਦਾ। ਸਾਡੇ ਪੰਜਾਬ ਦੀ ਕਰੰਸੀ ਬਾਹਰਲੀਆਂ ਸਟੇਟਾਂ ਨੂੰ ਜਾਂਦੀ ਹੋਵਾ, ਤੇ ਇੱਥੇ ਬਾਗਬਾਨੀ, ਇੱਥੇ ਜਿਹੜੇ ਮਹਿਕਮੇ ਆ ਉਹ ਕਿਆ ਕਰਦੇ ਬੈਠ ਕੇ? ਉਹਨਾਂ ਨੂੰ ਲਾਓ, ਤੁਸੀਂ ਇੱਥੇ ਬੂਟੇ ਲਾਓ ਫਲਾਂ ਦੇ ਤੇ ਦਰਖਤਾਂ ਦੇ ਲਾਓ ਜਿੱਥੋਂ ਆਮਦਨ ਹੋਵੇ। ਜੇ ਇੱਕੋ ਮਾਤਰ ਤੁਹਾਨੂੰ ਲੱਗਦਾ ਕਿ ਸ਼ਰਾਬੇ ਬੇੜਾ ਪਾਰ ਕਰ ਸਕਦੀ ਆ, ਫਿਰ ਖੁੱਲ੍ਹ ਕੇ ਚੱਲੋ। ਮੈਂ ਤਾਂ ਕਿਹਾ ਵੀ ਭਗਤ ਸਿੰਘ ਦੇ ਨਾਂ 'ਤੇ ਕਰੋ। ਇਹਨਾਂ ਨੂੰ ਮਾੜਾ ਜਿਹਾ ਪੁੱਛਿਓ ਹੋਸ਼ ਕਰਕੇ ਕਿ ਭਗਤ ਸਿੰਘ
ਨੇ ਤੁਹਾਨੂੰ ਆਜ਼ਾਦੀ ਦਵਾਈ ਆ ਐਡੀ ਆ ਵੱਡੀ ਹਕੂਮਤ ਤੋਂ, ਤੇ ਤੁਸੀਂ ਇੱਕ ਗਰੀਬੀ ਤੋਂ, ਤੁਸੀਂ ਇੱਕ ਫਾਈਨੈਂਸ ਹਾਲਾਤ ਤੋਂ ਆਜ਼ਾਦੀ ਨਹੀਂ ਦਵਾ ਸਕੇ ਹੋਰ ਕਿਸੇ ਤਰੀਕੇ ਨਾਲ। ਕਿਆ ਭਗਤ ਸਿੰਘ ਸ਼ਰਾਬ ਪੀ ਕੇ ਬੰਬ ਮਾਰਦਾ ਸੀ ਅਸੈਂਬਲੀ ਤੇ? ਕਿਆ ਉਹਨੇ 5-4 ਪੈਗ ਮਾਰ ਕੇ ਸਾਂਡਰਸ ਨੂੰ ਗੋਲੀ ਚਲਾਈ ਹੋਣੀ ਆ? ਕਿਤੇ ਇਹ ਲੋਕਾਂ ਨੇ ਇਹ ਤਾਂ ਨਹੀਂ ਸਮਝ ਲਿਆ ਕਿ ਆਜ਼ਾਦੀ ਦਾ ਮਤਲਬ ਹੀ ਹੁਣ ਇਹ ਆ ਵੀ ਅਸੀਂ ਆਜ਼ਾਦ ਹੋ ਕੇ ਸ਼ਰਾਬ ਪੀ ਸਕਦੇ ਹਾਂ? ਕਿਤੇ ਇਸ ਚੀਜ਼ ਨੂੰ ਆਜ਼ਾਦੀ ਤਾਂ ਨਹੀਂ ਸਮਝੇ ਬੈਠੇ ਕਿ ਸ਼ਾਮ ਨੂੰ ਬਹਿ ਕੇ ਆਰਾਮ ਨਾਲ ਅਸੀਂ ਠੇਕੇ ਦੇ ਉੱਤੇ 4 ਬੰਦੇ ਬਹਿ ਕੇ ਗੱਪਾਂ ਮਾਰਦੇ ਹਾਂ ਤੇ ਆਪਣਾ ਇੰਜੋਏ ਕਰਦੇ ਹਾਂ ਜੀ? ਇਹ ਤੋਂ ਵੱਡੀ ਆਜ਼ਾਦੀ ਹੋਰ ਕੀ ਹੋ ਸਕਦੀ? ਹਾਂ, ਫਿਰ ਉਹ ਤਾਂ ਗੁਰੂ ਸਾਹਿਬ ਨੇ, ਉਹ ਤਾਂ ਪਠਾਨ ਵੀ ਇਹੀ ਆਜ਼ਾਦੀ ਕਰਦੇ ਸੀ। ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਰਤਨ ਬਗਾੜ ਬਗੋਏ ਕੁੱਤੀ ਮੋਇਆ ਸਾਰਨਾ ਖਾਈ, ਫਿਰ ਬਗਾੜੋ ਜੇ ਇਹ ਤੋਂ। ਮੈਂ ਤਾਂ ਕਹਿੰਦਾ ਇਹ ਗੱਲ ਜਿਸ ਤਰ੍ਹਾਂ ਇਹ ਪ੍ਰਮੋਟ ਕਰ ਰਹੇ ਆ ਅੱਜ ਨਾ, ਤੁਹਾਨੂੰ ਬੜਾ ਇੱਕ ਖਤਰਨਾਕ ਤੇ ਦਰਦਨਾਕ ਅੰਕੜੇ ਆ। ਆਲ ਇੰਡੀਆ ਇੰਸਟੀਚਿਊਟ ਮੈਡੀਕਲ ਆਫ ਸਾਇੰਸ, ਦਿੱਲੀ ਦੀ ਸੰਸਥਾ ਇਹ, ਉਹਨਾਂ ਨੇ ਸਰਵਾ ਕੀਤਾ ਹੈ ਪੰਜਾਬ ਦੇ ਵਿੱਚ 10 ਤੋਂ 17 ਸਾਲ ਦੇ ਬੱਚੇ ਜਿਹੜੇ ਸ਼ਰਾਬ ਪੀਣ ਲੱਗੇ, ਉਹਨਾਂ ਦੀ ਗਿਣਤੀ 2 ਲੱਖ ਤੋਂ ਉੱਪਰ ਆ। 10 ਤੋਂ 17 ਸਾਲ ਦੇ, ਜਦ ਕਿ 25 ਸਾਲ ਤੋਂ ਘੱਟ ਬੱਚੇ ਨੂੰ ਸ਼ਰਾਬ ਪੀਣੀ ਮਨਾ ਹੈ। ਤੇ ਦੂਸਰੇ ਪਾਸੇ WHO ਜਿਹੜੀ ਵਿਸ਼ਵ ਦੀ ਸਿਹਤ ਸੰਭਾਲ ਸੰਸਥਾ ਹੈ, ਉਹਨਾਂ ਨੇ ਡਾਇਰੈਕਸ਼ਨਾਂ ਜਾਰੀ ਕਰੀਆਂ ਹੈ ਕਿ ਪੂਰੀ ਦੁਨੀਆ ਵਿੱਚ ਸ਼ਰਾਬੀਆਂ ਦੀ ਗਿਣਤੀ ਘਟਾਓ। ਇਹ ਸੰਸਾਰ ਨੂੰ ਬਰਬਾਦੀ ਵੱਲ ਲਿਜਾ ਰਹੀ ਆ ਤੇ ਇੱਕ ਇਕੱਲਾ ਪੰਜਾਬ ਆ ਜਿਹੜਾ ਸ਼ਰਾਬ ਨੂੰ ਪ੍ਰਮੋਟ ਕਰਨ ਤੇ ਲੱਗਿਆ ਹੋਇਆ ਹੈ। ਅੱਜ ਪੂਰੇ ਦੇਸ਼ ਵਿੱਚ ਬੱਚਿਆਂ ਨੂੰ ਸ਼ਰਾਬ ਪੀਣ ਦੇ ਵਿੱਚ ਪੰਜਾਬ ਸਾਡਾ ਪਹਿਲੇ ਨੰਬਰ ਤੇ ਆ। ਇਹ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਇਹ ਗੱਲ ਕਹਿੰਦੇ ਤੇ ਜਿਨ੍ਹਾਂ ਨੇ ਕਮੈਂਟ ਪਾਉਣੇ ਆ। ਮੈਂ ਨਾ ਇੱਥੇ ਤੁਹਾਨੂੰ ਮੈਂ ਦੱਸ ਦਿੰਦਾ ਹੈ ਕਿ ਜਿਹੜੇ ਲੋਕ ਗਰਾਊਂਡ ਲੈਵਲ ਤੇ ਨਹੀਂ ਗੁਜ਼ਰਦੇ ਨਾ, ਉਹਨਾਂ ਨੂੰ ਲੱਗਦਾ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸੀਡੈਂਟ ਦੱਸਦਾ, ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਟਾਈਮ ਬੜਾ ਨਹੀਂ ਹੋ ਰਿਹਾ ਕਿ ਸ਼ਰਾਬ ਕਿਸ ਹੱਦ ਤੱਕ ਬਰਬਾਦੀ ਕਰ ਰਹੀ ਆ, ਇੱਥੇ ਰੋਪੜ ਦੇ ਵਿੱਚ, ਬਿਲਕੁਲ ਰੋਪੜ ਦੇ ਲਾਗਲੇ ਪਿੰਡ ਆ, ਮੈਂ ਇੱਥੇ ਨਾਂ ਨਹੀਂ ਲੈਣਾ ਚਾਹੂੰਗਾ ਪਿੰਡ ਦਾ, ਫਿਰ ਵੀ ਜੇ ਕਿਸੇ ਨੂੰ ਜ਼ਰੂਰਤ ਲੱਗੇ ਕਿ ਸ਼ਾਇਦ ਮੈਂ ਗਲਤ ਕਹਿ ਰਿਹਾ, ਮੈਨੂੰ ਫੋਨ ਕਰਕੇ ਪੁੱਛ ਸਕਦਾ। ਉੱਥੇ ਇੱਕ ਬੀਬੀ ਗੁਰਦੁਆਰੇ ਸਿੰਘ ਸਭਾ ਚ ਆਈ ਰੋਪੜ ਦੇ ਵਿੱਚ ਕਿ ਮੇਰਾ ਬੱਚੇ ਨੂੰ ਦਵਾਈਆਂ ਜੋਗੇ ਪੈਸੇ ਨਹੀਂ ਹੈਗੇ। ਉੱਥੇ ਉਹਨਾਂ ਨੇ ਜਿੰਨੀ ਕੁ ਦੀ ਗੱਲ ਸੁਣੀ, ਉਹਨਾਂ ਨੇ ਮੇਰੇ ਕੋਲ ਨੂੰ ਭੇਜਤੀ ਕਿ ਉਹ ਇਹੋ ਜਿਹੇ ਕੰਮ ਕਰਦਾ, ਤੁਸੀਂ ਜਾਓ ਉੱਥੇ। ਮੈਂ ਇਹਨੂੰ ਪੁੱਛਿਆ ਬੀਬੀ ਨੂੰ, ਉਹ ਕਹਿੰਦੀ ਮੈਂ ਜਾ ਕੇ ਉਹਦੇ ਬੇਟੇ ਨੂੰ ਮਿਲਿਆ, ਕਹਿੰਦੀ ਮੇਰਾ ਬੇਟਾ ਬਿਮਾਰ ਆ। ਪਤਾ ਕਰਿਆ ਕਿ ਉਹਨੂੰ PGI ਨੇ ਜਵਾਬ ਦੇ ਦਿੱਤਾ। ਸ਼ਰਾਬ ਇੰਨੀ ਕੁ ਪੀਂਦਾ ਸੀ, ਉਹਦੇ ਗੁਰਦੇ ਖਤਮ ਹੋ ਗਏ। ਤੇ ਉਹ ਬੀਬੀ ਕਹਿੰਦੀ ਕਿ ਮੇਰੇ ਕੋਲ ਮਤਲਬ ਇੱਕ ਨਵਾਂ ਪੈਸਾ ਦਵਾਈ ਨੂੰ ਨਹੀਂ ਹੈਗਾ, ਇਹ ਤੜਫਦਾ ਬਹੁਤ ਆ। PGI ਵਾਲਿਆਂ ਨੇ ਜਵਾਬ ਦੇ ਦਿੱਤਾ, ਘਰ ਲੈ ਜਾਓ। ਮੈਂ ਇੱਥੇ ਕੋਹਲੀ ਮੈਡੀਕਲ ਸਟੋਰ ਆ, ਸਮਾਜ ਸੇਵੀ ਬੰਦੇ ਆ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਦੀ ਰਿਪੋਰਟਾਂ ਦੇਖੀਆਂ। ਉਹ ਕਹਿੰਦੇ ਵੀ ਗੱਲ ਇਹ ਆ ਵੀ ਇਹਨੇ ਬਚਣਾ ਨਹੀਂ ਹੈਗਾ 8 ਦਿਨ ਤੋਂ ਵੱਧ, ਪਰ ਪੇਨ ਕਿਲਰ ਅਸੀਂ ਇਹਨੂੰ ਦੇ ਦਿੰਦੇ ਆ ਤਾਂ ਕਿ ਟਿਕਿਆ ਰਹੇ। ਉਹਨਾਂ ਨੇ ਦਵਾਈਆਂ ਵੀ ਫਰੀ ਦਿੱਤੀਆਂ। ਮੈਂ ਇਹਨੂੰ ਦੇ ਕੇ ਆਇਆ। 5 ਦਿਨ ਬਾਅਦ ਉਹੀ ਔਰਤ ਸਵੇਰ ਨੂੰ 5 ਵਜੇ ਸਰਦੀਆਂ ਦਿਨ ਤੇ ਮੇਰੇ ਘਰ ਆ ਗਈ। ਮੈਂ ਕਿਹਾ ਕਿਆ ਹੋਇਆ, ਕੁੰਡਾ ਖੜਕਾਇਆ। ਕਹਿੰਦੀ ਉਹ ਵੀਰ ਬੇਟਾ ਮੇਰਾ ਰਾਤ ਚੜਾਈ ਕਰ ਗਿਆ। ਮੈਂ ਕਿਹਾ ਫਿਰ ਤੂੰ? ਕਹਿੰਦੀ ਮੈਂ ਨੇਰੇ ਤਾਂ ਆਈ ਆ ਕਿ ਮੇਰੇ ਕੋਲ ਸੰਸਕਾਰ ਕਰਨ ਦੇ ਪੈਸੇ ਨਹੀਂ ਹੈਗੇ। ਮੇਰੇ ਘਰ ਵਾਲਾ ਸਾਰੀ ਉਮਰ ਦਾਰੂ ਵਿੱਚ ਬਰਬਾਦ ਕਰਤਾ ਘਰ ਉਹਨੇ। 3 ਮੇਰੇ ਬੇਟੇ ਆ, ਤਿੰਨੇ ਦਾਰੂ ਪੀਂਦੇ ਆ। ਕਿ ਮੈਂ ਹੁਣ ਤਾਂ ਆਈ ਆ ਕਿ ਦਿਨ 'ਚ ਜਾਊਂਗੀ ਤਾਂ ਲੋਕਾਂ ਨੇ ਕਹਿਣਾ ਮੁੰਡਾ ਮਰਿਆ ਪਿਆ, ਇਹ ਬਾਜ਼ਾਰ 'ਚ ਘੁੰਮਦੀ ਆ। 5 ਵਜੇ ਮੇਰੇ ਕੋਲ ਆਈ। ਮੈਂ ਕੋਹਲੀ ਸਾਹਿਬ ਸੀ ਇੱਥੇ, ਉਹ ਇੱਥੇ ਸ਼ਮਸ਼ਾਨ ਘਾਟ ਦੇ ਇੰਚਾਰਜ ਵੀ ਸੀ। ਮੈਂ ਉਹਨਾਂ ਕੋਲ ਗਿਆ, ਮੈਂ ਕੋਹਲੀ ਸਾਹਿਬ ਉੱਥੇ ਜਾਣਾ। ਅਸੀਂ ਗਏ, ਪੁੱਛਿਆ ਬੀਬੀ ਜੇ ਸੰਸਕਾਰ ਕਰਨਾ ਸਾਡਾ ਸ਼ਮਸ਼ਾਨ ਘਾਟ ਆ ਜਿੱਥੇ, ਉੱਥੇ ਆ ਜਾਓ। ਕਹਿੰਦੀ ਨਹੀਂ ਮੈਂ ਪਿੰਡ 'ਚ ਕਰਨਾ ਹੈ, ਲੋਕ ਕਿਆ ਕਹੋਗੇ ਪਿੰਡ 'ਚ ਨਹੀਂ ਸੰਸਕਾਰ ਕਰਿਆ। ਮੈਨੂੰ ਹੁਣ ਤੱਕ ਯਾਦ ਹੈ, ਇਹ 15 ਸਾਲ ਦੀ ਘਟਨਾ ਹੈ। ਅਸੀਂ 1250 ਰੁਪਏ ਦੀਆਂ ਲੱਕੜਾਂ, 150 ਰੁਪਈਆ ਰੇੜੇ ਵਾਲੇ ਨੂੰ ਕਰਾਇਆ, 500 ਰੁਪਈਆ ਉਸ ਬੀਬੀ ਨੂੰ ਦਿੱਤਾ ਸੰਸਕਾਰ ਕਰਨ ਵਾਸਤੇ। ਤੇ ਪਿੰਡ ਤੋਂ ਬਾਹਰ ਰਹਿੰਦੇ ਸੀ, ਲੋਕਾਂ ਦਾ ਬਾਈਕਾਟ ਸੀ ਇੱਕ ਤਰ੍ਹਾਂ ਦਾ। ਕਹਿੰਦੀ 5 ਬੰਦੇ ਵੀ ਨਹੀਂ ਹੈਗੇ ਆਰਤੀ ਚੱਕਣੇ ਵਾਲੇ। ਗੁਰਦੁਆਰਾ ਸਿੰਘ ਸਭਾ ਦੇ ਵਿੱਚ ਗੁਰਗੰਦੀ ਨਸ਼ੀਨੀ ਪੁਰਬ ਸੀ ਗੁਰੂ ਗ੍ਰੰਥ ਸਾਹਿਬ ਦਾ। ਮੈਂ ਮਿਸ਼ਨਰੀ ਕਾਲਜ ਦੇ 5 ਸਿੰਘਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਿਆ ਸੀ। 4 ਜਣੇ ਉੱਧਰ ਲਾਏ ਆਰਤੀ ਚੱਕਣੇ ਨੂੰ, ਇੱਕ ਨੇ ਅਰਦਾਸ ਕੀਤੀ। ਸੋ ਬਿਲਕੁਲ, ਜੇਕਰ ਤੁਹਾਡੇ ਘਰ ਵਿੱਚ ਇਹ ਅੱਗ ਨਹੀਂ ਪਹੁੰਚੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਸ਼ਹਿਰ ਦੇ ਹਾਲਾਤ ਠੀਕ ਆ ਜਾਂ ਸਮਾਜ ਦੇ ਹਾਲਾਤ ਠੀਕ ਆ। ਸੋ ਜਿੱਥੇ ਬਹੁਤ ਸਾਰੇ ਲੋਕ ਸਰਕਾਰ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕਰਦੇ ਆ, ਤਾਂ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ, ਤਾਂ ਆਲੋਚਕ ਵੀ ਹੁੰਦੇ ਆ, ਆਲੋਚਨਾਵਾਂ ਵੀ ਜ਼ਰੂਰੀ ਹੁੰਦੀਆਂ। ਪਰ ਉਹਨਾਂ ਆਲੋਚਨਾਵਾਂ ਦੇ ਵਿੱਚੋਂ ਨਿਕਲਦਾ ਕੀ ਆ, ਉਹ ਸਭ ਤੋਂ ਜ਼ਿਆਦਾ ਗੌਰ ਕਰਨ ਦੀ ਚੀਜ਼ ਹੁੰਦੀ ਹੈ ਕਿ ਅਕਸਰ ਕਿਹਾ ਕੀ ਜਾਂਦਾ, ਵਿਚਾਰ ਕੀ ਕੀਤਾ ਜਾਂਦਾ। ਸੋ ਤੁਹਾਡੇ ਇਸ ਪੂਰੀ ਗੱਲਬਾਤ ਦੇ ਬਾਰੇ ਵਿੱਚ ਕੀ ਵਿਚਾਰ ਨੇ, ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੋਪੜ।